ਬੰਦੇ ਤੁਹਾਡੇ ਦੋਸਤ ਹੈਗੇ ਨੇ ਨਾ, ਤੁਸੀਂ ਜ਼ਰਾ ਉਹਨਾਂ ਨਾਲ ਪਹਿਲਾਂ ਗੱਲ ਕਰ ਲਓ। ਜਦੋਂ ਸਭ ਤੋਂ ਰਾਜ਼ੀ ਹੋ ਜਾਓ ਨਾ, ਫਿਰ ਉਦੋਂ ਮੇਰੇ ਨਾਲ ਆ ਜਾਣਾ। ਠੀਕ ਹੈ, ਨੋ ਪ੍ਰੋਬਲਮ, ਕੋਈ ਮਸ ਕੀ ਕਹਿੰਦੇ ਹੋ? ਇੰਨੀ ਗੱਲ ਕਰਨੀ ਖਤਮ ਹੋ ਗਈ ਗੱਲ। ਚਲੋ ਹਾਂ, ਤੁਸੀਂ ਕਿਹਾ ਖਾਮੋਸ਼ੀ ਨਾਲ ਗੱਲ ਸੁਣੀ, ਵਿੱਚ ਨਾ ਬੋਲੀ। ਮੈਂ ਬੜੀ ਬੋਲਿਆ ਕਿ ਮਿਹਰਬਾਨੀ, ਨਹੀਂ? ਬਹੁਤ ਮਿਹਰਬਾਨੀ। ਮੈਂ ਬੋਲਿਆ ਤੇ ਨਹੀਂ ਨਾ? ਤੁਸੀਂ ਵੀ ਹੁਣ ਮਿਊਟ ਲਾ ਲਓ ਤੇ ਜਦ ਤੱਕ ਮੈਂ ਖਤਮ ਨਾ ਕਰ ਲਵਾਂ ਤੁਸੀਂ ਬੋਲਣਾ ਨਹੀਂ। ਗੱਲ ਇਹ ਹੈ ਕਿ ਅਸਲ ਤੇ ਤਾਕਤ ਔਰ ਕੁਦਰਤ ਦਾ ਮੰਬਾ ਔਰ ਮਰਕਜ਼ ਔਰ ਮਹਿਵਰ ਅੱਲਾਹ ਰੱਬੁਲ ਇੱਜ਼ਤ ਦੀ ਜ਼ਾਤ ਹੈ। ਉਹਦੇ ਤੋਂ ਬਾਅਦ ਉਹਦੀ ਤੌਫੀਕ ਨਾਲ ਕਹਿ ਰਹੇ ਹਾਂ ਕਿ ਅਸੀਂ ਇੱਥੇ ਟਿਕ ਟਾਕ ਤੇ ਆਪਣੇ ਤੋਂ ਜ਼ਿਆਦਾ ਨਾ ਤੇ ਕਿਸੇ ਨੂੰ ਤਾਕਤਵਰ ਸਮਝਦੇ ਮੁਸਲਮਾਨਾਂ ਚੋਂ, ਤੇ ਮਰਜ਼ਾਈ ਤੇ ਅੱਗੇ ਵਿਚਾਰੇ ਉਹਦੇ ਚੱਕਰ ਹੀ ਕੋਈ ਨਹੀਂ ਨਾ। ਮਰਜ਼ਾਈ ਤੇ ਉਹਨਾਂ ਨੂੰ ਤੇ ਵੇਖ ਕੇ ਤੇ ਅਸੀਂ ਹੱਸਣ ਲੱਗਿਆ ਮੈਂ ਕਿ 48 ਘੰਟੇ ਪਹਿਲੇ ਮੈਂ ਕਿਹਾ ਵੀ ਇਮਾਮ ਅਫਜ਼ਲ ਹੁੰਦਾ ਹੈ ਨਬੀ ਤੋਂ, ਤੇ ਮਰਜ਼ਾਈਆਂ ਦੇ ਅੱਜ ਹੁਣ ਸਵੇਰ ਮੈਂ, ਤੁਸੀਂ ਯਕੀਨ ਜਾਣੋਗੇ ਕਿ ਇਹ ਹੁਣ ਸਵੇਰ ਟਿਕਟੌਕ ਆਨ ਕੀਤੀ ਹੈ ਤੇ ਉਹ ਜਿਹੜਾ ਨਾ ਲਾਲਾ ਜੀ ਜਿਹੜਾ ਸਾਰਾ ਦਿਨ ਬਰਾਡ ਆਨ ਕਰਕੇ ਤੇ ਉਹਦੇ ਹਰ ਉਹ ਕਿਹੜਾ ਮਰਜ਼ਾਈ ਸੀ ਜਿਹੜਾ ਪੜ੍ਹਦਾ ਰਹਿੰਦਾ ਸੀ ਕਿਤਾਬਾਂ ਮਿਰਜ਼ਾ ਸਾਹਿਬ ਦੀਆਂ, ਇਹ ਲਾਲਾ ਜੀ ਤੁਹਾਡਾ ਕੋਈ ਮੁਰੱਬੀ ਹੈ ਜਿਹੜਾ ਕਿਤਾਬਾਂ ਪੜ੍ਹਦਾ ਰਹਿੰਦਾ। ਅੱਜ ਉਹਨੇ ਵੀ ਵੀਡੀਓ ਅਪਲੋਡ ਕੀਤੀ ਸੀ, ਸਵੇਰੇ ਸਵੇਰੇ ਉਹਦੀ ਮੈਂ ਵੀਡੀਓ ਵੇਖੀ ਹੈ, ਤੇ ਕੱਲ ਵੀ ਮੈਂ 2-3 ਜਗ੍ਹਾ ਤੇ ਵੇਖਿਆ ਟਿਕਟੌਕ ਤੇ ਝਾਤੀ ਮਾਰੀ ਹੈ। ਤਬੀਅਤ ਮੇਰੀ ਠੀਕ ਨਹੀਂ ਸੀ ਤੇ ਸਾਰੇ ਮਰਜ਼ਾਈ ਜਿਹੜੇ ਨੇ ਉਹਨਾਂ ਨੇ ਕੰਮ ਚੁੱਕਿਆ। ਓਏ ਹੋਏ ਹੋਏ ਰੌਲਾ ਪੈ ਗਿਆ, ਇੱਕੋ ਰੌਲਾ ਪੈ ਗਿਆ। ਓਏ ਭਾਬੀ ਨੇ ਕਹਿ ਦਿੱਤਾ ਹੈ, ਉਹ ਵੇਖੋ ਭਾਬੀ ਨੇ ਕਹਿ ਦਿੱਤਾ ਇਮਾਮ ਅਫਜ਼ਲ ਹੁੰਦਾ ਨਬੀ ਤੋਂ, ਇਮਾਮ ਅਫਜ਼ਲ ਹੁੰਦਾ ਨਬੀ ਤੋਂ। ਤੇ ਮਰਜ਼ਾਈਆਂ ਵਿਚਾਰਿਆਂ ਦੇ ਤੇ ਇਹ ਹਾਲਾਤ ਨੇ ਕਿ ਏ ਤੋਂ ਲੈ ਕੇ ਜ਼ੈਡ ਤੱਕ, ਅਲਫ ਤੋਂ ਲੈ ਕੇ ਯਾ ਤੱਕ ਸਾਰੇ ਦੇ ਸਾਰੇ ਮਰਜ਼ਾਈ, ਉਹਨਾਂ ਨੂੰ ਤੇ ਅਸੀਂ ਸਮਝ ਨਹੀਂ ਜਾਏਗਾ। ਤੇ ਬਾਕੀ ਜਿਹੜੇ ਸਾਡੇ ਨੇ ਉਹਨਾਂ 'ਚ ਅਸੀਂ ਆਪਣੇ ਆਪ ਨੂੰ ਸਭ ਤੋਂ ਉੱਪਰ ਸਮਝਦੇ ਹਾਂ। ਤੁਸੀਂ ਗੱਲ ਕਰੋ ਬਈ, ਹੁਣ ਜਵਾਬ ਲੈਣਾ ਜੇ, ਹੁਣ ਤੁਹਾਨੂੰ ਗੱਲ ਸਮਝਾਈ, ਕਿਉਂਕਿ ਪਰਸੋਂ ਤੁਹਾਨੂੰ ਆਖਿਆ ਸੀ ਕਿ ਤੁਹਾਡਾ ਇੰਨਾ ਆਜ਼ਮਾ ਨਹੀਂ ਹੈ ਕਿ ਤੁਸੀਂ ਇੱਕ ਵਕਤ 'ਚ 2-3 ਚੀਜ਼ਾਂ ਹਜ਼ਮ ਕਰ ਲਓ, ਤੇ ਇੱਕ ਇੱਕ ਕਰਕੇ ਚੀਜ਼ ਖਾਓਗੇ ਤੇ ਹਜ਼ਮ ਹੋ ਜਾਏਗੀ। ਅੱਜ ਇੰਨੀ ਖੁਰਾਕ ਕਾਫੀ ਹੈ ਕਿ ਇਮਾਮ ਅਫਜ਼ਲ ਹੁੰਦਾ ਹੈ ਨਬੀ ਤੋਂ, ਤੇ ਕੱਲ ਆਓਗੇ ਤੇ ਜਾਂ ਪਰਸੋਂ ਆਓਗੇ ਤੇ ਫਿਰ ਤੁਹਾਨੂੰ ਨਵੀਂ ਡੋਜ਼ ਦੇਵਾਂਗੇ, ਉਹਦੇ ਨਾਲ ਤੁਹਾਨੂੰ ਬਿਹਤਰੀ ਹੋ ਜਾਏਗੀ, ਰਾਮ ਰਾਮ ਨਾਲ ਹਜ਼ਮ ਵੀ ਹੋਣੀ ਸ਼ੁਰੂ ਹੋ ਜਾਏਗੀ ਚੀਜ਼। ਹੁਣ ਉਹਦਾ ਅਗਾਂ ਵਧਾਈਏ ਸਬਕ, ਜਾਂ ਇਹ ਤੁਸੀਂ ਆਪਣੇ ਜਿਨ੍ਹਾਂ ਨੂੰ ਤੁਸੀਂ ਤਗੜੇ ਸਮਝਦੇ ਉਹਨਾਂ ਨੂੰ ਤੁਸੀਂ ਜ਼ਮਾਨਾ ਹੈ। ਲੋ ਜੀ ਮਾਈਕ ਫਰੀ ਤੁਹਾਨੂੰ ਦੱਸ ਦਿਓ। ਗੱਲ ਦਰਅਸਲ ਇਹ ਹੈਗੀ ਹੈ ਕਿ ਮੇਰਾ ਇੱਕ ਆਪਣਾ ਯੂਨੀਕ ਸਟਾਈਲ ਹੈਗਾ, ਮੈਂ ਆਪਣੇ ਡੋਮੇਨ ਵਿੱਚ ਖੇਡਣਾ, ਔਰ ਮੇਰਾ ਇੱਕ ਆਪਣਾ ਤਰੀਕਾਕਾਰ ਹੈ, ਔਰ ਮੈਂ ਤੁਹਾਨੂੰ ਚੰਗੇ ਭਲੇ ਝਟਕੇ ਲਾ ਕੇ ਕਾਫੀ ਜ਼ਿਆਦਾ ਮਜ਼ੇ ਵੀ ਲੈਣਾ, ਔਰ ਆਈ ਡੋਂਟ ਕੇਅਰ। ਲੇਕਿਨ ਮਸਲਾ ਇਹ ਹੈਗਾ ਕਿ ਹੁਣ ਬਹੁਤ ਵੱਡੇ ਵੱਡੇ ਨਾਮ ਤੁਹਾਡੇ ਦੋਸਤਾਂ ਦੇ ਇਹਦੇ ਵਿੱਚ ਇਨਵੋਲਵ ਹੋ ਗਏ ਨੇ, ਔਰ ਮੈਂ ਚਾਹੁੰਦਾ ਕਿ ਜੋ ਬਾਤਚੀਤ ਹੋਏ ਔਰ ਕਿਸੇ ਪੋਜ਼ਿਟਿਵ ਨਤੀਜੇ ਨਾਲ ਤੱਕ ਤੁਸੀਂ ਲੋਕੀ ਪਹੁੰਚ ਜਾਓ, ਤੇ ਮੈਨੂੰ ਬਹੁਤ ਖੁਸ਼ੀ ਹੋਏਗੀ। ਕਿਉਂਕਿ ਮੈਂ ਕੋਈ ਗਲਤ ਗੱਲ ਕਰਕੇ, ਕਿਉਂਕਿ ਮੇਰਾ ਐਗਰੈਸਿਵ ਸਟਾਈਲ ਹੈ, ਮੈਂ ਕੋਈ ਬਦਤਮੀਜ਼ੀ ਕਰਕੇ ਜਾਂ ਗਲਤ ਗੱਲ ਕਰਕੇ ਜਾਂ ਕਿਤੇ ਦੀ ਬੇਹੁਰਮਤੀ ਜਾਂ ਬੇਇੱਜ਼ਤੀ ਮੇਰੇ ਮੂੰਹ ਹੋ ਜਾਏ, ਜਾਂ ਕੋਈ ਐਸੀ ਗੱਲ ਹੋ ਜਾਏ ਜਿਹਦੇ ਨਾਲ ਜਮਾਤ ਦੇ ਵਕਾਰ ਤੇ ਕੋਈ ਹਰਫ ਆਏ, ਤੇ ਇਸ ਕਰਕੇ ਮੈਂ 2-3 ਦਿਨ ਜ਼ਰਾ ਸਾਈਡ ਤੇ ਰਵਾਂਗਾ। ਤੁਸੀਂ ਰਾਜਾ ਸਾਹਿਬ ਨਾਲ ਗੱਲ ਕਰ ਲਓ, ਹੁਸੈਨੀ ਸਾਹਿਬ ਨਾਲ ਗੱਲ ਕਰ ਲਓ, ਤਾਰਿਕ ਚੌਹਾਨ ਨਾਲ ਕਰ ਲਓ, ਹੋਰ ਜਿੰਨੇ ਬੰਦੇ ਆਂਦੇ ਨੇ, ਜੋ ਇਹ ਵੱਡੇ ਲੋਕ ਫੈਸਲਾ ਕਰ ਜਾਣਗੇ, ਜਿਹੜੇ ਦਿੱਗਜ ਬਣੇ ਨੇ ਇਸ ਵੇਲੇ ਆਪਣੀਆਂ ਆਪਣੀਆਂ ਜਮਾਤਾਂ ਔਰ ਆਪਣੇ ਆਪਣੇ ਹਲਕਿਆਂ ਦੇ, ਤੇ ਉਹ ਜਦੋਂ ਗੱਲ ਕਰ ਲੈਣਗੇ, ਉਸ ਤੋਂ ਬਾਅਦ ਮੇਰੇ ਕੋਲ ਤੇ ਮੁਕੱਦਮਾ ਹੈ। ਮੈਂ ਤੇ ਉਸੇ ਟਾਈਮ ਮੈਦਾਨ ਵਿੱਚ ਉਤਰ ਕੇ ਸ਼ਾਇਦ ਆਫਰੀਦੀ ਵਾਂਗਰ ਖੇਡਦਾ, ਜਾਂ ਆਊਟ ਹੋ ਜਾਣਾ ਜਾਂ ਮੈਚ ਜਿਤਾ ਦੇਣਾ। ਤੇ ਮੇਰੀ ਤੇ ਇੰਨੀ ਅਰਜ਼ ਹੈ, ਅਗਰ ਮੰਨਨੀ ਹੈ ਤਾਂ ਠੀਕ ਹੈ, ਆਈ ਵਿਲ ਐਪਰੀਸ਼ੀਏਟ, ਕਿਉਂਕਿ ਜਵਾਦ ਸਾਹਿਬ ਵੀ ਹੈਗੇ ਨੇ, ਹੋਰ ਬੜੇ ਬੰਦੇ ਬਰੋਡ ਲਾ ਰਹੇ ਨੇ, ਤੇ ਜ਼ਰਾ ਪਹਿਲਾਂ ਉਹਨਾਂ ਨਾਲ ਗੱਲ ਕਰ ਲਓ, ਜਿਸ ਤਰ੍ਹਾਂ ਕਾਲੂ ਸਾਹਿਬ ਵੀ ਆਏ ਸਨ ਅੱਜ, ਤੇ ਗੱਲਬਾਤ ਕਰ ਲਓ, ਤਸੱਲੀ ਕਰ ਲਓ, ਔਰ ਇੱਕ ਅੱਛੀ ਇਲਮੀ ਗੁਫ਼ਤਗੂ ਕਰ ਲਓ। ਜਦੋਂ ਰੱਜ ਜਾਓ ਫਿਰ ਮੇਰੇ ਕੋਲ ਆ ਜਾਣਾ। ਅਗਰ ਸਾਰੀ ਜਗ੍ਹਾ ਫਤਵਾਰ ਹੋ ਗਏ ਤੇ ਫਿਰ ਮੈਂ ਤੇ ਹੈਗਾ ਹੀ ਆ ਅਖੀਰ 'ਚ ਖਲੋਤਾ ਆ, ਤੇ ਮੇਰੀ ਇੰਨੀ ਅਰਜ਼ ਹੈ। ਠੀਕ ਹੋ ਗਿਆ। ਅੱਛਾ, ਤੁਸੀਂ ਇਹ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਤਾਕਤਵਰ ਸਮਝਦੇ ਹੋ ਉਹਨਾਂ ਤੋਂ ਮੁਰਾਦ ਤੁਹਾਡੇ ਆਪਣੇ ਘਰ ਦੇ ਬੰਦੇ ਨੇ, ਨਾ ਕਿ ਮੁਸਲਮਾਨਾਂ 'ਚ ਕੋਈ ਐਸਾ ਆਲਮੇ ਦੀਨ ਜਾਂ ਕੋਈ। ਮੈਂ ਇਹ ਪਹਿਲਾਂ ਸਮਝਿਆ ਕਿ ਤੁਸੀਂ ਕਹਿ ਰਹੇ ਹੋ ਕਿ ਮੁਸਲਮਾਨਾਂ 'ਚ ਕੋਈ ਬੜੇ ਬੜੇ ਵੱਡੇ ਵੱਡੇ ਉਲਮਾ ਇਹਦੇ ਵਿੱਚ ਇਨਵੋਲਵ ਹੋ ਗਏ ਨੇ। ਚਲੋ ਅੱਛੀ ਗੱਲ ਹੈ ਕਿ ਇਹ ਤੁਸੀਂ ਆਪਣੇ ਘਰ ਦੇ ਬੰਦਿਆਂ ਨੂੰ ਹੀ ਸਮਝਦੇ ਹੋ,
ਕੁਮਾਰਨ ਜਿਹੜੀ ਹੈ ਨਾ ਉਹ ਆਪਣਾ ਭਾਂਡਾ ਸਮਝਦੀ ਸਭ ਤੋਂ ਆਲਾ ਹੈ ਤੇ ਤੁਸੀਂ ਆਪਣੇ ਬੰਦਿਆਂ ਨੂੰ ਸਭ ਤੋਂ ਆਲਾ ਸਮਝਦੇ ਹੋ ਤੇ ਬਹੁਤ ਤਾਕਤਵਰ ਸਮਝਦੇ ਹੋ। ਫਿਰ ਇੱਕ ਇਹ ਬੜੀ ਅਜੀਬ ਗੱਲ ਹੈ ਜਿਹੜੀ ਤੁਸੀਂ ਫਰਮਾਈ ਹੈ ਕਿ ਜਿਹੜੇ ਸਾਡੇ ਉਹ ਤਾਕਤਵਰ ਲੋਕ ਨੇ ਨਾ ਉਹਨਾਂ ਨਾਲ ਤੁਸੀਂ ਗੱਲ ਕਰ ਲਓ ਤੇ ਉਹਦੇ ਬਾਅਦ ਫਿਰ ਮੇਰੇ ਨਾਲ ਕਰ ਲਿਆ। ਜਿਹਦਾ ਮਤਲਬ ਇਹ ਵੀ ਤੁਸੀਂ ਉਹਨਾਂ ਸਾਰੇ ਤਾਕਤਵਰਾਂ ਤੋਂ ਵੀ ਜ਼ਿਆਦਾ ਤਾਕਤਵਰ ਹੋ। ਉਹ ਥੋੜੇ ਤਾਕਤਵਰ ਨੇ, ਅਗਰ ਮੈਂ ਉਹਨਾਂ ਤੇ ਫਤਹ ਪਾ ਗਿਆ ਤੇ ਫਿਰ ਉਹਦੇ ਬਾਅਦ ਤੁਸੀਂ ਮੇਰੇ ਸਾਹਮਣੇ ਆਓਗੇ ਤੇ ਤਾਂ ਵੀ ਠੀਕ ਹੈ, ਮੇਰਾ ਕੋਈ ਮਸਲਾ ਨਹੀਂ ਹੈ। ਜਿਹੜੇ ਤੁਹਾਡੇ ਤਾਕਤਵਰ ਲੋਕ ਹੈ ਨੇ ਉਹਨਾਂ ਨੂੰ ਤੁਸੀਂ ਲੈ ਆਵੋ, ਲੇਕਿਨ ਜਿਹੜੇ ਤੁਸੀਂ 2-3 ਨਾਂ ਮੇਰੇ ਸਾਹਮਣੇ ਲਏ ਨੇ ਨਾ, ਇੱਕ ਦਾ ਤੇ ਤੁਸੀਂ ਨਾਂ ਲਿਆ ਜਿਹਨੇ ਰਾਜਪਾਲ ਦੀ ਕਿਤਾਬ ਪੜ੍ਹੀ ਸੀ, ਉਹਦਾ ਤੇ ਮਜ਼ਹਬੀ ਗੁਫ਼ਤਗੂ ਕਰਨ ਦਾ ਕੋਈ ਹੱਕ ਨਹੀਂ। ਅਗਰ ਮੇਰੇ ਕੋਲ ਜਿਸ ਦਿਨ ਕਾਨੂੰਨ ਹੋਏਗਾ ਪਾਕਿਸਤਾਨ ਦਾ ਤੇ ਇਹਨੂੰ ਇਨਸ਼ਾਅੱਲਾ ਮੈਂ ਉਹ ਜਿਹੜੇ ਰੈੱਡ ਕਾਰਨਰ ਨੋਟਿਸ ਦੇ ਜ਼ਰੀਏ ਵੀ ਬੁਲਾ ਕੇ ਨਾ ਇਹਨਾਂ 6-7 ਨੂੰ ਜਿਨ੍ਹਾਂ ਇੱਥੇ ਨਬੀ ਪਾਕ ਨੂੰ ਗਾਲਾਂ ਕੱਢੀਆਂ ਨੇ, ਸਾਡੇ ਮਾਸੂਮ ਨਬੀ ਦੀਆਂ ਤੋਹੀਨਾਂ ਕਰਨ ਵਾਲੇ ਜਿਹੜੇ 6-7 ਨੇ ਨਾ ਜਿਨ੍ਹਾਂ ਦੇ ਉੱਤੇ ਨਿਸ਼ਾਨ ਲਾਏ ਨੇ, ਇਹਨਾਂ ਨੂੰ ਤੇ ਫੌਰਨ ਉੱਥੇ ਰੈੱਡ ਕਾਰਨਰ ਨੋਟਿਸ ਦੀ ਚੁਕਾ ਕੇ ਲੈ ਜਾਣਗੇ ਜਰਮਨੀ 'ਚ ਜਿੱਥੇ ਜਿੱਥੇ ਬੜੇ ਨੇ ਖੁੱਡਾਂ 'ਚ। ਇਹਨਾਂ ਦਾ ਤੇ ਮਜ਼ਹਬੀ ਗੁਫ਼ਤਗੂ ਦਾ ਕੋਈ ਹੱਕ ਹੀ ਕੋਈ ਨਹੀਂ ਬਣਦਾ। ਹਾਂ ਕਿਤੇ ਧੱਕੇ ਨਾਲ ਕਿਤੇ ਰਾਹ ਪੈ ਜੇ, ਰਾਹ 'ਚ ਖਲੋ ਜੇ, ਗੱਲ ਕਰਨੀ ਪੈ ਜੇ ਤੇ ਉਹ ਗੱਲ ਵੱਖਰੀ ਹੈ। ਮੈਂ ਇਹਨਾਂ ਨੂੰ ਨਾ ਆਪਣੀ ਬਰਾੜ ਤੇ ਲੈਣਾ ਤੇ ਨਾ ਮੈਂ ਉਹਨਾਂ ਨਾਲ ਗੱਲ ਕਰਨਾ ਚਾਹੁੰਦਾ। ਜਵਾਦ ਨੂੰ ਤੁਸੀਂ ਬੁਲਾਉਣਾ ਚਾਹੁੰਦੇ ਹੋ ਤੇ ਬੁਲਾ ਲਓ ਤੇ ਉਹਨੂੰ ਆਖੋ ਵੀ ਐ ਤਾਕਤਵਰ ਇਨਸਾਨ ਆ ਮੇਰੀ ਮਦਦ ਕਰ, ਆ ਕੇ ਮੁਕਾਬਲਾ ਕਰ। ਅਮਰ ਕਹਿੰਦਾ ਹੈ ਕਿ ਇਮਾਮ ਅਫਜ਼ਲ ਹੁੰਦਾ ਨਬੀ ਤੋਂ, ਤੇ ਆ ਅਮਰ ਨਾਲ ਆ ਕੇ ਗੱਲ ਕਰ। ਬੁਲਾ ਲਓ ਉਹਨੂੰ, ਤੁਸੀਂ ਜਿਹਨੂੰ ਤੁਸੀਂ ਬਿਹਤਰ ਸਮਝਦੇ ਹੋ ਆਪਣੇ ਤੋਂ ਲੈ ਆਵੋ, ਲੇਕਿਨ ਕਿਸੇ ਉਹ 6-7 ਬੰਦਿਆਂ 'ਚ ਸ਼ਾਤਮਾ 'ਚ ਕਿਸੇ ਨੂੰ ਬੁਲਾਓਗੇ ਤਾਂ ਮੈਂ ਆਪਣੀ ਬਰਾੜ ਤੇ ਲੈਂਦਾ ਨਹੀਂ, ਬਲਕਿ ਆਪਣੇ ਭਾਈਆਂ ਨੂੰ ਵੀ ਮਨਾ ਕੀਤਾ ਇਹਨਾਂ ਨੂੰ ਲਾਂਤੀਆਂ ਨੂੰ ਨਹੀਂ ਲੈਣਾ। ਤੇ ਨਬੀ ਪਾਕ ਨੂੰ ਗਾਲਾਂ ਕੱਢ ਚੁੱਕੇ ਨੇ, ਇਹਨਾਂ ਤੇ ਲਾਂਤ ਪਾ ਦਿਓ, ਇਹਨਾਂ ਦਾ ਰੱਬ ਹੀ ਇਹਨਾਂ ਨਾਲ ਫੈਸਲਾ ਕਰੇਗਾ। ਬੁਲਾ ਲਓ ਜੀ ਜਿਹਨੂੰ ਬੁਲਾਉਣਾ, ਮਾਈਕ ਤੁਹਾਡੇ ਵੱਲ। ਅੱਛਾ, ਗੱਲ ਦਰਅਸਲ ਇਹ ਹੈਗੀ ਕਿ ਮੈਂ ਤੇ ਨਾ ਕਦੀ ਉਹਨਾਂ ਨਾਲ ਦੋਸਤੀ ਦਾ ਇੰਨਾ ਜ਼ਿਆਦਾ ਮਤਲਬ ਕਿ ਤੁਸੀਂ ਮੈਨੂੰ ਦੇਖਿਆ ਕਿ ਮੈਂ ਕਦੀ ਕਿਸੇ ਬੰਦੇ ਦੀ ਹੈਲਪ ਨਹੀਂ ਲਈ, ਮੈਂ ਆਲਵੇਜ਼ ਆਪਣੇ ਤੇ ਹੀ ਖੇਡਣਾ। ਤੇ ਗੱਲ ਦਰਅਸਲ ਹੈ ਕਿਉਂਕਿ ਮੀਆਂ 49 ਉਹ ਵੀ ਤੁਹਾਡੇ ਦੋਸਤ ਨੇ, ਰਾਜਾ ਮਨਾਨ ਸਾਹਿਬ ਵੀ ਤੁਹਾਡੇ ਦੋਸਤ ਨੇ, ਹੋਰ 5-10 ਬੰਦੇ ਵੀ ਤੁਹਾਡੇ ਦੋਸਤ ਨੇ, ਇਨਕਲੂਡਿੰਗ ਹੁਸੈਨੀ ਸਾਹਿਬ ਵੀ ਤੁਹਾਡੇ ਦੋਸਤ ਨੇ। ਤਾਂ ਤੁਸੀਂ ਆਪਣੇ ਦੋਸਤਾਂ ਨਾਲ ਪਹਿਲਾਂ ਕਰ ਲਓ, ਫਿਰ ਉਸ ਤੋਂ ਬਾਅਦ ਜਿਹੜਾ ਹੋਏਗਾ ਫਿਰ ਮੈਂ ਤੁਹਾਡੇ ਨਾਲ ਇਨਸ਼ਾਅੱਲਾ ਦਸਤੋ ਗਿਰੇਬਾਂ ਹੋ ਲਵਾਂਗਾ। ਅੱਛਾ ਠੀਕ ਹੈ ਨਾ ਸਰ? ਮੋਗੀ ਤੁਹਾਡੀ ਗੱਲ ਤੇ ਬਿਲਕੁਲ ਹਾਂਜੀ, ਮੁੱਕ ਗਈ ਜੀ, ਮੁੱਕ ਗਈ। ਮੈਂ ਅਰਜ਼ ਕੀਤੀ ਹੈ ਕਿ ਭਾਵੇਂ ਫੇਵਰਟ 49 ਹੋਵੇ, ਭਾਵੇਂ ਮੀਆਂ ਅੱਕੀ ਨਾਮ ਦਾ ਰਾਜਾ ਤਾਲ ਮਨਾਨ ਹੋਵੇ, ਭਾਵੇਂ ਜਵਾਦ ਹੋਵੇ, ਜਿਹੜਾ ਵੀ ਬੰਦਾ ਤੁਸੀਂ ਉਹਨਾਂ ਚੋਂ ਸਮਝਦੇ ਹੋ, ਸਾਡੀ ਤੇ ਦੋਸਤੀ ਉਹਨਾਂ ਨਾਲ, ਦੋਸਤੀ ਤੇ ਦੁਸ਼ਮਣੀ ਅਲ ਹੁബ്ബੁ ਲਿल्लाह ਵਲ ਬੁਗਜ਼ ਫਿ, ਉਹ ਤੇ ਅੱਲਾ ਵਾਸਤੇ ਹੁੰਦੀ। ਸਾਡੀ ਕਿਸੇ ਨਾਲ ਕੋਈ ਸਪੈਸ਼ਲ ਦੋਸਤੀ ਕੋਈ ਨਹੀਂ। ਅਸੀਂ ਕਿਸੇ ਨੂੰ ਜਿਗਰੀ ਯਾਰ ਨਹੀਂ ਬਣਾਉਂਦੇ ਸਵਾਏ ਉਹਨਾਂ ਦੇ ਜਿਹੜੇ ਸਾਡੇ ਮੋਮਨ ਭਰਾ ਨੇ। ਅਸੀਂ ਇਹ ਜਿਹੜੇ ਨੇ ਗੈਰ ਮੁਸਲਿਮ, ਇਹਨਾਂ ਨਾਲ ਸਾਡੀ ਕੋਈ ਦੋਸਤੀ ਕੋਈ ਨਹੀਂ ਹੈ। ਪਰ ਵਾਕਫੀਅਤ ਜਿਸ ਤਰ੍ਹਾਂ ਤੁਹਾਡੇ ਨਾਲ ਵਾਕਫੀਅਤ ਹੈ, ਐਸੀ ਤਰ੍ਹਾਂ ਉਹਨਾਂ ਨਾਲ ਵਾਕਫੀਅਤ। ਕੰਟਰੀ ਫੈਲੋ ਹੈ ਉਹ ਵੀ ਹਮਾਰੇ, ਜਿਸ ਤਰ੍ਹਾਂ ਆਪ ਕੰਟਰੀ ਫੈਲੋ। ਤੁਸੀਂ ਉਹਨਾਂ ਨੂੰ ਖੁਦ ਹੀ ਦਾਵਤ ਦੇਣੀ ਹੈ, ਖੁਦ ਹੀ ਬੁਲਾਣਾ ਹੈ, ਉਹਨਾਂ ਨੂੰ ਬੁਲਾ ਲਓ ਤੇ ਮੈਂ ਉਹਨਾਂ ਨੂੰ ਸਾਬਤ ਕਰ ਦੇਣਾ ਕਿ ਇਮਾਮ ਜਿਹੜਾ ਹੈ ਉਹ ਨਬੀ ਤੋਂ ਅਫਜ਼ਲ ਹੁੰਦਾ ਹੈ। ਉਹਨਾਂ ਨੂੰ ਬੁਲਾ ਲਓ। ਮੈਂ ਉਹਨਾਂ ਨਾਲ ਕੋਈ ਪਰਸਨਲੀ ਰਾਬਤਾ ਕਰਨ ਦੀ ਮੈਨੂੰ ਕੋਈ ਜ਼ਰੂਰਤ ਵੀ ਨਹੀਂ। ਮੈਂ ਬਲਕਿ ਸਮਝਣਾ ਕਿ ਉਹ ਵਿਚਾਰੇ ਜੋ ਹਾਲਾਤ ਨੇ ਉਹਨਾਂ ਨੂੰ ਕਦੇ ਪਤਾ ਹੀ ਨਹੀਂ ਇਸ ਗੱਲ ਦਾ, ਅੱਗੇ ਲੱਗਾ ਅੱਜ ਉਹਨਾਂ ਦੇ ਇਲਮ 'ਚ ਇਜ਼ਾਫਾ ਕਰਦੇ ਨੇ ਬੁਲਾ ਕੇ। ਵਰਨਾ ਅਗਰ ਉਹਨਾਂ ਨੂੰ ਨਾ ਜ਼ਰੂਰਤ ਹੋਵੇ ਆਪਣੇ ਇਲਮ 'ਚ ਇਜ਼ਾਫਾ ਕਰਨ ਦੀ ਤੇ ਨਲਕਾ ਤੇ ਕਦੇ ਟੁਰ ਕੇ ਨਹੀਂ ਨਾ ਜਾਂਦਾ ਪਿਆਸੇ ਕੋਲ ਵੀ ਲੈ ਪਾਣੀ ਪੀ ਲੈ। ਨਲਕੇ ਨੂੰ ਕੀ ਲੋੜ ਹੈ ਉੱਠ ਕੇ ਜਾ ਕੇ ਪਿਆਸੇ ਨੂੰ ਆਖੇ ਵੀ ਪਾਣੀ ਪੀ ਲੈ? ਪਿਆਸੇ ਹੀ ਨਲਕੇ ਕੋਲ ਆਉਂਦਾ। ਬੁਲਾ ਲਓ ਉਹਨਾਂ ਨੂੰ, ਮੈਂ ਉਹਨਾਂ ਦੇ ਇਲਮ 'ਚ ਇਜ਼ਾਫਾ ਕਰ ਦੇਣਾ ਇਨਸ਼ਾਅੱਲਾ ਕਿ ਇਮਾਮ ਅਫਜ਼ਲ ਜੀ। ਬਸ ਠੀਕ ਹੈ, ਫਿਰ ਇਸ ਤਰ੍ਹਾਂ ਹੈ ਕਿ ਪੈਗਾਮ ਸਭ ਤੱਕ ਪਹੁੰਚ ਗਿਆ ਹੈ, ਕਿਉਂਕਿ ਸਾਰਿਆਂ ਦੇ ਬੰਦੇ ਜਿਹੜੇ ਹੈਗੇ ਨੇ ਉਹ ਦੀਵਾਰਾਂ ਤੇ ਬੈਠੇ ਨੇ, ਸਾਡੇ ਵੱਲ ਵੀ ਤੇ ਤੁਹਾਡੇ ਵੱਲ ਸਭ ਪੈਗਾਮ ਪਹੁੰਚ ਗਿਆ ਹੈ। ਰਿਕਾਰਡਿੰਗਾਂ ਹੋ ਗਈਆਂ ਨੇ ਤੇ ਹੁਣ ਜਰਾ ਵੱਡੇ ਡਾਕਟਰਾਂ ਨੂੰ ਖੇਡਣ ਦਿਓ, ਫਿਰ ਉਸ ਤੋਂ ਬਾਅਦ ਜਦੋਂ ਵੱਡੇ ਡਾਕਟਰ ਮੁੱਕ ਜਾਣਗੇ ਫਿਰ ਮੈਂ ਇਨਸ਼ਾਅੱਲਾ ਹਾਜ਼ਰ ਹੈਗਾ। ਜੇ ਤੁਸੀਂ ਬਚ ਗਏ ਤੇ ਉਸ ਤੋਂ ਬਾਅਦ ਮੈਂ ਤੇ ਹਾਜ਼ਰ ਹਾਂ, ਠੀਕ ਹੈ ਨਾ? ਲੇਕਿਨ ਅਗਰ ਤੁਸੀਂ ਪੱਟੀਆਂ ਛੱਟੀਆਂ ਕਰਾਉਣ ਤੋਂ ਬਾਅਦ ਕੁਝ ਦਿਨ ਆਰਾਮ ਵੀ ਕਰਨਾ ਹੋਏਗਾ ਤੇ ਤੁਹਾਡੇ ਕੋਲ ਉਹਦੀ ਵੀ ਚਾਂਸਸ ਮੇਰੇ ਵੱਲੋਂ ਪੂਰੀ ਆਫਰ ਹੈਗੀ, ਨੋ ਪ੍ਰੋਬਲਮ। ਠੀਕ ਹੈ ਸਰ?
ਤੇ ਅੱਜ ਮੈਨੂੰ ਨਾ ਜਵਾਬ ਦਿਓ, ਜਵਾਬ ਦੇਣਾ ਹੈ ਤੇ ਜ਼ਰਾ ਵੱਡੀਆਂ ਪਾਰਟੀਆਂ ਨੂੰ ਦਿਓ ਤਾਂ ਕਿ ਇਹ ਮਸਲਾ ਜਿਹੜਾ ਹੈ ਉਹ ਕੋਈ ਵੱਡੇ ਪੈਮਾਨੇ ਤੇ ਹੱਲ ਹੋਏ। ਕਿਉਂਕਿ ਇੱਕ ਅਹਿਲੇ ਹਦੀਸ ਬੰਦੇ ਨੇ ਐਲਾਨ ਕਰ ਦਿੱਤਾ ਹੈ ਕਿ ਜਨਾਬ ਇਮਾਮ ਅਫਜ਼ਲ ਹੁੰਦੇ ਨੇ ਔਰ ਨਬੀ ਅਫਜ਼ਲ ਨਹੀਂ ਹੁੰਦੇ, ਔਰ ਨਬੀਆਂ ਹੀ ਤੇ ਖਾਤਮੁਲ ਅੰਬੀਆ ਵੀ ਆ ਰਹੇ ਨੇ। ਤੇ ਹੁਣ ਤੇ ਬੜੀ ਮੁਸ਼ਕਿਲ ਗੇਮ ਬਣ ਗਈ ਹੈ ਤੇ ਇਸ ਕਰਕੇ ਤੁਸੀਂ ਜ਼ਰਾ ਗੇਮ ਸੰਭਾਲ ਲਓ, ਫਿਰ ਉਸ ਤੋਂ ਬਾਅਦ ਗੱਲ ਕਰਾਂਗੇ। ਠੀਕ ਹੈ ਜੀ, ਤੇ ਮੈਨੂੰ ਦਿਓ ਇਜਾਜ਼ਤ ਤੇ ਇਨਸ਼ਾਅੱਲਾ ਜ਼ਰੂਰ 3 ਦਿਨਾਂ ਤੱਕ ਅਗਰ ਕੋਈ ਬੰਦਾ ਨਾ ਆਇਆ ਫਿਰ ਮੈਂ ਜ਼ਰੂਰ ਆ ਜਾਵਾਂਗਾ। ਚਲੋ ਜੀ, ਬੜੀ ਮਿਹਰਬਾਨੀ ਸਰ। ਤੁਸੀਂ ਕਹਿਣਾ ਚਾਹੁੰਦੇ ਹੋ ਤੇ ਦੱਸ ਦਿਓ, ਫਿਰ ਨਾ ਕਹਿਣਾ ਕਿ ਮਰਜ਼ਈ ਦੌੜ ਗਿਆ। ਨਹੀਂ, ਮੇਰਾ ਕੋਈ ਇਤਰਾਜ਼ ਨਹੀਂ। ਤੁਸੀਂ ਜਾਣਾ ਚਾਹੁੰਦੇ ਹੋ ਤੇ ਜਾਣ ਲੱਗਿਆ ਵੀ ਮੋਸਟ ਗੋ ਅਹੈਡ ਤੇ ਆਉਣ ਲੱਗਿਆ ਵੀ ਮੋਸਟ ਵੈਲਕਮ। ਤੇ ਕੋਈ ਮਸਲਾ ਨਹੀਂ, ਤੁਸੀਂ ਜਾਣਾ ਚਾਹੁੰਦੇ ਹੋ ਤੇ ਜਾਓ। ਤੇ ਜਿਹੜੇ ਦੀਵਾਰਾਂ ਤੇ ਬਨੇਰਿਆਂ ਤੇ ਆਂਦੇ ਹੋ ਕਿ ਬਹਿ ਕੇ ਤੇ ਸੁਣਦੇ ਨੇ, ਉਹਨਾਂ ਤੱਕ ਤੁਸੀਂ ਦੱਸਿਆ ਕਿ ਮੈਸੇਜ ਪਹੁੰਚ ਗਿਆ। ਤੇ ਉਹ ਜਿਹੜੇ ਬਾਹਰ ਵੀਡੀਓ ਬਣਾਉਂਦੇ ਨੇ ਤੇ ਰੌਲਾ ਪਾਉਂਦੇ ਨੇ, ਉਹਨਾਂ ਨੂੰ ਆਖਣ ਦੀ ਲੋੜ ਹੀ ਨਹੀਂ, ਉਹਨਾਂ ਸੁਣ ਲਿਆ। ਤੇ ਜੇ ਉਹਨਾਂ 'ਚ ਕੋਈ ਹਿੰਮਤ ਕਰਕੇ ਇੱਥੇ ਉੱਤੇ ਨਾ ਚੜਿਆ ਤੇ ਸਾਫ਼ ਸਮਝਾ ਜਾਏਗਾ ਨਾ, ਫਿਰ ਹਮਾਰੀ ਫਤਹ ਦਾ ਕਾਇਲ ਵੀ ਨਾ ਹੋਇਆ। ਅਗਰ ਉਹਨਾਂ 'ਚ ਕੋਈ ਬੰਦਾ ਜਿਹੜਾ ਬਨੇਰੇ ਤੇ ਬਹਿ ਕੇ ਸੁਣਦੇ ਨੇ ਪਏ, ਉਹ ਇੱਥੇ ਬਰਾੜ ਦੇ ਉੱਤੇ ਆ ਕੇ ਸਵਾਲ ਵੀ ਨਾ ਕੀਤਾ ਔਰ ਉਹਨਾਂ ਇਹ ਇਤਰਾਜ਼ ਵੀ ਜਿਹੜਾ ਕਰਦੇ ਨੇ ਪਏ ਬਾਹਰ ਆਲੇ ਦੁਆਲੇ ਮੇਰੇ ਸਾਹਮਣੇ ਨਾ ਕੀਤਾ, ਤੇ 3 ਦਿਨ ਗੁਜ਼ਰ ਗਏ ਤੇ ਸਾਫ਼ समझा जाएगा डैश 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 जो कोई मिर्जा साहब फरमाया है। अब भी जो हमारी फतह का कायल नहीं, साफ समझा जाएगा उसको वलदुल हराम बनने का शौक है और वो हलाल ज़्यादा नहीं है। ऐ मिर्जा साहब फरमाया सी ना, नहीं तो साड़ी फतह का झंडा गड्ढे है सामने कि जेड़े कोठियां दे बनेरियां दे बह के सुनते हो पे, जेड़े दुआले वीडियो बनाते हो पे, जे तुहाडा इलम नहीं है इत्थे आओ तुहाडे इलम च इजाफा करिए। ते जे सामने आने की जरूरत नहीं है तो फिर भी तुसी शरारत तो बाज ना आवो बार बार। तो मिर्जा साहब फरमाया सी कि हरामजादे की ये निशानी है कि वो कभी सीधी राह इख्तियार ना करे। जो हलाल ज़्यादा होता है वो सीधी राह इख्तियार करता है। ऐ सीधा राह है, थले आके काल पाओ ते आके सवाल पूछो, आखो भी ए गल सुनी असी इहदे बारे वीडियो बनाइयां ने, असी रौला पाया बाहर ते असी ते आने पे कि अमर ने बड़ा जुल्म कर दिता है, नेर पा दिता है, ये आंदा है इमाम अफजल हुंदा नबी तों, ये ने किस तरह कह दिता है। आके सवाल करो, सीधी राह इख्तियार करो। ते जे सीधी राह ना इख्तियार करोगे तो फिर तुसी अपने मिर्जा साहब के फतवे की जद विच बनाई जाओ वीडियो। असी ऐलान दोबारा करने पे परसों कीता सी 48 घंटे पहला, हुण 48 घंटे गुजरन तो बाद फिर ऐलान कर रहे हैं कि इमाम अफजल हुंदा नबी तो। जिस मिर्जाई नूं नहीं पता वो आके मैनूं सवाल पूछ ले, मैनूं सबूत दे देना। जिहड़ा बाहर बनेरे ते बैठे है वो बनेरे ते ना बोवे, अंदर आके सवाल कर, क्योंकि वाटर साहब बार बार कह रहे हैं कि वो बंदे हो जेडे बनेरे ते बहंदे हो पे, बह के सुनते हो पे, तुहाडे तक मैसेज पहुंच गया ते आ जाओ। ते नहीं आना तां भी तुहाडी मर्जी है, आना तां भी तुहाडी मर्जी, साडी गल मुकम्मल होगी। ठीक है वाटर साहब? सर थैंक यू। थैंक यू सर। बेलियां ने कर ली सलाह, कहंदे घेर मारना। ਇਹ ਵੀਡੀਓ ਬਣਾਉਂਦੇ ਸਨ ਤੇ ਐਸੇ ਨਹੀਂ ਸਭ ਦੀ ਬਰਾੜ ਤੇ ਜਾ ਕੇ ਰੋਲਾ ਪਾਉਂਦੇ ਸਨ ਮਰਜ਼ੀ ਸੇਬ ਰਾਜੇ ਭਾਈ। अस्सलाम वालेकुम रहमतुल्लाहि व बरकातुहू। वालेकुम अस्सलाम व रहमतुल्लाह। ਇਹ ਮੈਂ ਇੱਕ ਛੋਟੀ ਜਿਹੀ ਗੱਲ ਕਰਨਾ ਵਾ ਕਿ ਮੰਨਿਆ ਠੀਕ ਹੈ ਕਿ ਤੁਹਾਡਾ ਜਿਹੜਾ ਸ਼ਿਕੰਜਾ ਵੇ, ਤੁਹਾਡੇ ਜਿਹੜੇ ਦਾਣੇ ਨੇ ਉਹ ਚੁੰਗ ਲੈਂਦੀਆਂ ਮੁਰਗੀਆਂ, ਪਰ ਮੁਰਗੀਆਂ ਨੇ ਐਕਸਪੀਰੀਅੰਸ ਜਿਹੜੇ 3-4 ਪਿੱਛੇ ਕੀਤੇ ਨੇ ਨਾ, ਉਹ ਮੁਰਗੀਆਂ ਕਹਿੰਦੀਆਂ ਨੇ ਐ ਅੱਖਾਂ ਖੋਲ ਵੇਂਦੀਆਂ ਨੇ ਕਿ ਇੱਥੇ ਮੈਂ ਜਾਵਾਂ ਜਾਂ ਨਾ ਜਾਵਾਂ, ਅੱਗੋਂ ਕਿਤੇ ਥੱਲੇ ਉੱਤੇ ਟੋਕਰਾ ਹੀ ਨਾ ਮੇਰੇ ਤੇ ਡਿੱਗ ਪਏ। ਤੇ ਰੌਲਾ ਇਹ ਵੀ ਨਹੀਂ ਤੇ ਪੁੱਛਣ ਤੇ ਬੜੇ ਆ ਜਾਣ। ਟੋਕਰੇ ਦੇ ਨਾਲ ਕੋਈ ਰੱਸੀ ਬੱਜੀ ਨਜ਼ਰ ਆ ਰਹੀ ਉਹਨਾਂ ਨੂੰ? ਆ ਰਹੀ ਪੂਰੀ ਨਜ਼ਰ ਆ ਰਹੀ। ਐਡੀਆਂ ਸਿਆਣੀਆਂ ਹੋ ਗਈਆਂ ਨੇ ਮੁਰਗੀਆਂ। ਉਹ ਨਾ ਐਡੀਆਂ ਸਿਆਣੀਆਂ ਹੈਗੀਆਂ ਨਹੀਂ ਸਨ, ਆ ਜਿਹੜੇ 3-4-5-6 ਦਿਨ ਹੋ ਗਏ ਐਕਸਪੀਰੀਅੰਸ ਹੋਣ ਦੇ ਨੇ ਉਹਨਾਂ ਨੂੰ,
ਉਹਨਾਂ ਨਾਲ ਉਹਨਾਂ ਨੂੰ ਥੋੜਾ ਜਿਹਾ ਨਾ ਕੈਡ ਹੋ ਗਈ ਕਿ ਨਹੀਂ ਕੋਈ ਗੱਲ ਹੈਗੀ ਵਿੱਚ। ਜਿਹੜਾ ਚੂਚਾ ਆਇਆ ਸੀ ਨਾ ਮੁਰਗੀਆਂ ਅੱਗੇ ਕਰਨ ਵਾਸਤੇ ਕਿ ਵੱਡੀਆਂ ਵੱਡੀਆਂ ਆਪਣੇ ਵੱਲੋਂ ਜਿਨ੍ਹਾਂ ਨੂੰ ਵੱਡੀਆਂ ਮੁਰਗੀਆਂ ਦੱਸ ਰਿਹਾ ਸੀ, ਉਹਨਾਂ ਮੁਰਗੀਆਂ ਨੂੰ ਇਹਨੂੰ ਬੁਲਾ ਕੇ ਕਹਿਣਾ, ਚੂਚਿਆ ਤੂੰ ਸਾਡਾ ਨਾਮ ਦਿੱਤਾ ਕਿਉਂ ਉੱਥੇ? ਤੂੰ ਪਾਗਲ ਹੈ? ਤੁਹਾਡੇ ਵਹਿਮੋ ਗੁਮਾਨ 'ਚ ਨਹੀਂ ਅਸੀਂ ਜਾ ਕੇ ਉਹਨੂੰ ਸਵਾਲ ਕਰਨਾ ਹੈ, ਤੂੰ ਸਾਡਾ ਨਾਮ ਦੇ ਕੇ ਆ ਗਿਆ ਉੱਥੇ। ਇਸ ਚੂਚੇ ਨੂੰ ਚਾਹੀਦਾ ਜਾ ਕੇ ਉਹਨਾਂ ਨੂੰ ਕਵੇ ਕਿ ਮੈਂ ਤੁਹਾਡਾ ਨਾਮ ਦੇ ਆਇਆ ਵਾਂ, ਤੇ ਹੁਣ ਕੋਈ ਮੁਰਗੀ ਜਿਹੜੀ ਨਾ ਉੱਥੇ ਛੁਰੀ ਥੱਲੇ ਆਉਣ ਵਾਸਤੇ ਤਿਆਰ ਹੋਵੇ ਤੇ ਸਾਡੀ ਇੱਜ਼ਤ ਨਹੀਂ ਰਹਿੰਦੀ। ਇਹਨੇ ਵਿਚਾਰੇ ਨੇ ਉਹਨਾਂ ਆਪ ਸੁਣ ਲਿਆ ਚੂਚੇ ਦੀਆਂ ਕੜਾਂ ਦੀ ਆਵਾਜ਼ਾਂ ਉਹਨਾਂ ਸੁਣ ਲਈਆਂ ਬਾਹਰ ਪੈ ਕੇ। ਇਹਨੂੰ ਜਾਣ ਦੀ ਕਿਹੜੀ ਲੋੜ ਹੈ? ਇੱਥੇ ਉਹਨੇ ਵਾਹ ਵੇਲੇ ਕੀਤੇ ਨੇ ਵੀ ਆਓ ਸਾਹਮਣੇ ਆ ਕੇ ਕਰੋ ਗੱਲ ਅਮਰ ਨਾਲ। ਜਿਨ੍ਹਾਂ ਨੇ ਇਹਦੀ ਗੱਲ ਨੂੰ ਚੁੱਕ ਕੇ ਤੇ ਮੁਖਤਲਿਫ ਬਰਾਡਾਂ ਦੇ ਉੱਤੇ ਵਾਹ ਵੇਲੇ ਕੀਤੇ ਨੇ, ਉਹਨਾਂ ਨੂੰ ਤੇ ਆਵਾਜ਼ ਪਾ ਮਾਰਦਾ ਵਾਟਰ, ਕਹਿੰਦਾ ਪਿਆ ਇੱਧਰ ਆਓ, ਬਨੇਰਿਆਂ ਤੇ ਬਹਿ ਕੇ ਨਾ ਸੁਣੋ, ਮੈਸੇਜ ਤੁਹਾਡਾ ਪਹੁੰਚ ਗਿਆ। इधर आए दिल पर हुनर आजमाए, तू तीर आजमा हम जिगर आजमा। इसी वास्ते तो फिर कहते ने कि हुसैनी साहब आज का तर्जमा करके बताना ये तरंस का। जिक्र आता है आयत का तर्जमा किए इन्नमा नरुद्द सब्ब साबिना अला वजूहिहिम। अगली गल शर्मिंदा होके ना, ओ ये तो इल्हाम है। बेशरम ने वो तो बाद फिर अच्छा ये अरबी है। ਅਸੀਂ ਤੇ ਅੱਜ ਥੋੜੀ ਜਿਹੀ ਤਬੀਅਤ ਬਿਹਤਰ ਹੋਈ ਹੈ। ਇਹ 30% ਪ੍ਰੋਬਲਮ ਹੈ ਤੇ ਬਰਾਡ ਮੈਂ ਦੇਖੀ ਹੈ ਤੇ ਉੱਥੇ ਨਾ ਅਲਤਾਫ ਮਰਜ਼ਾਈ ਨੇ ਬਰਾਡ ਲਾ ਕੇ ਤੇ ਕੈਮਰਾ ਆਨ ਕੀਤਾ ਸੀ ਤੇ ਮੈਂ ਕਿਹਾ ਵੀ ਮੂੰਹ ਪਿਛਾਂ ਰੱਖ, ਬੱਚੇ ਡਰਦੇ ਪਏ ਨੇ ਨਿੱਕੇ ਨਿੱਕੇ, ਤੇ ਕੈਮਰਾ ਜਿਹੜਾ ਤੂੰ ਆਨ ਕਰਕੇ ਬੈਠੇ ਤੇ ਮੂੰਹ ਪਿਛਾਂ ਰੱਖਣਾ, ਬੱਚੇ ਡਰਦੇ ਨੇ। ਉੱਥੇ ਨਾ ਇੱਕ ਮਰਜ਼ਾਈ ਜਿਹੜਾ ਉਹਨਾਂ ਦਾ ਉਹ ਕੋਈ ਬਕਵਾਸ ਕਰਨ ਲੱਗੇ ਸੀ ਨਬੀ अलैहिस्सलातु वस्सलाम ਦੀ ਮਾਸੂਮ ਜ਼ਾਤ ਦੇ ਬਾਰੇ, ਤੇ ਘੁੰਮ ਗਿਆ ਮੀਟਰ, ਫਿਰ ਚੜ ਗਈ ਸੂਈ ਤੇ ਸੂਈ। ਭਾਈ ਮੈਂ ਕਾਲ ਚੁੱਕੋ ਮਰਜ਼ਾਈ ਉਹ ਬੁਜ਼ਦਲੋ। ਅੱਛਾ 2 ਮਿੰਟ ਨਹੀਂ ਪੂਰੇ ਗੁਜ਼ਰੇ ਆਂਦਾ ਸੀ ਪਿਆ ਵੀ ਆ ਕੇ ਤੇ ਸਵਾਲ ਕਰੋ, ਪੁੱਠੇ ਸਵਾਲ ਸਾਨੂੰ ਕਰੋ, ਪੁੱਠੇ ਸਵਾਲ ਕਰੋ। ਤੇ ਮੈਂ ਥੱਲੇ ਜਾ ਕੇ ਨਾ ਕਾਲ ਚੁੱਕੋ ਮਰਜ਼ਾਈਓ ਕਾਲ ਚੁੱਕੋ। ਇੱਕ ਵਾਰੀ ਉਹਨੇ ਕੱਟੀ ਹੈ ਤੇ ਰੋਲਾ ਪਾ ਦਿੱਤਾ ਉਹਨੇ ਇਹਨਾਂ ਲਈ ਚੁੱਚ ਨੇ, ਓਏ ਆ ਗਿਆ ਜੇ ਅਮਰ, ਆ ਗਿਆ ਜੇ ਅਮਰ, ਅੱਜ ਕੱਲ੍ਹ ਇਹ ਗੱਲਾਂ ਕਰਦਾ ਜੇ ਪਿਆ ਅਮਰ। ਉਹ ਉੱਤੇ ਹੀ ਬਹਿ ਕੇ ਆਪਸ ਵਿੱਚ ਡਿਸਕਸ ਕਰਦੇ ਨੇ, ਕਾਲ ਨਹੀਂ ਚੁੱਕਦੇ। 10-15 ਮਿੰਟ ਮੈਂ ਕਾਲ ਪਾ ਕੇ ਮੈਂ ਆਖਿਆ ਕਾਲ ਚੁੱਕ ਲਓ, ਨਹੀਂ ਤਾਂ ਮੈਂ ਆਪਣੀ ਬਰਾੜ ਤੇ ਜਾ ਕੇ ਲਾ ਕੇ ਤੁਹਾਨੂੰ ਛਿੱਤਰ ਫੇਰਾਂਗਾ। ਉਹਨਾਂ ਨਹੀਂ ਕਾਲ ਚੁੱਕੀ, ਬਲਕਿ ਉਹ ਮੇਰਾ ਹਲੇ ਬਰਾੜ ਹੀ ਬੰਦ ਕਰਨ ਲੱਗਾ ਸੀ, ਅਲਤਾਫ ਟੁੱਟ ਚੱਲਿਆ ਸੀ। ਤੇ ਵਰਨਾ ਉਸ ਮਰੱਬੀ ਦੀ ਮੈਂ ਉੱਤੇ ਚੜ੍ਹ ਕੇ ਛਿਤਰੋਲ ਕਰਨੀ ਸੀ ਜਿਹੜਾ ਨਬੀ ਪਾਕ ਦੇ ਬਾਰੇ ਭੌਂਕਦਾ ਸੀ। जब तक अल्लाह तौफीक देगा इंशाल्लाह जिंदा रहे ते मिलांगे लख वारी, जींदे रहे ते मिलांगे लख वारी, मर गए ते मिलांगे ख्वाब अंदर। मैं ख्वाबा अंदर तुहाड़ियां आवांगे अगर मर गए ते जींदे रहे ते तुहानूं इंशाल्लाह टक्कर लांगे। इत्थे तुहानूं गल नहीं करन देण लगे, मरजाई किसी नूं हसन नहीं देण लगे इंशाल्लाह। तुसीं दुआवां करदे हो ना मर जाना है, इन्हां दा नाम मिट जाना है। ते गल ये है इस दुनिया दे उत्ते जो घड़िया सो भजना, जेड़ा भी पैदा होया उन्हें मरना है। कल वो बंदे दी डेथ हुई है, कल जेड़ा बंदा मेरे नाल पहले दिन इटली नाल वाली सीट ते बह के आए सी, असीं दोए इकट्ठे आए सी, यैस्टरडे ਉਹਦੀ ਡੈਥ ਹੋ ਗਈ, ਅੱਲਾਹ ਉਹਦੀ ਮਗਫਰਤ ਕਰੇ। ਦੋਸਤ ਸੀ ਮੇਰਾ, ਇਕੱਠੇ ਹੀ ਅਸੀਂ ਪਾਕਿਸਤਾਨ ਬੈਠ ਗੱਪਾਂ ਗੁੱਪਾਂ ਮਾਰਦੇ ਹੁੰਦੇ ਸੀ। ਅੱਲਾਹ ਉਹਦੀ ਮਗਫਰਤ ਕਰੇ। ਕੱਲ ਉਹਦੀ ਡੈਥ ਹੋ ਗਈ ਹੈ। ਅਸਾਂ ਨਹੀਂ ਮਰਨਾ, ਅਸਾਂ ਵੀ ਮਰ ਜਾਣਾ, ਲੇਕਿਨ ਇਹ ਗੱਲ ਯਾਦ ਰੱਖਿਓ ਕਿ ਹਰ ਬੰਦੇ ਨੇ ਮਰਨਾ ਹੈ। ਜਿਹੜਾ ਵੀ ਮਰ ਜਾਏ ਉਹ ਮਿਰਜ਼ਾਈਆਂ ਦੀ ਫਤਹ ਦੀ ਦਲੀਲ ਹੁੰਦਾ ਹੈ, ਤੇ ਜਿਹੜਾ ਜ਼ਿੰਦਾ ਹੋਵੇ ਉਹਨੂੰ ਇਹ ਕਹਿੰਦੇ ਨੇ ਕਿ ਇਹ ਬਦਬਖਤ ਕੌਮ ਹੈ। ਤੇ ਜੇ ਅਸੀਂ ਮਾਰ ਵੀ ਜਾਵਾਂਗੇ, ਮੈਂ ਅੱਗੇ ਵੀ ਇੱਕ ਵਾਰੀ ਵੀਡੀਓ ਰਿਕਾਰਡ ਕਰਾਈ ਹੈ, ਫਿਰ ਬੇਸ਼ੱਕ ਰਿਕਾਰਡ ਕਰ ਲਓ ਕਿ ਇਨਸ਼ਾਅੱਲਾ
ਅਸੀਂ ਮਰ ਜਾਾਂਗੇ, ਸਾਡੇ ਬੱਚੇ, ਸਾਡੇ ਬੱਚਿਆਂ ਦੇ ਬੱਚੇ ਇਨਸ਼ਾਅੱਲਾ ਅੱਲਾਹ ਦੇ ਨਬੀ ਸੱਲੱਲਾਹੁ ਅਲੈहि ਵਸੱਲਮ ਦੇ ਖਤਮੇ ਨਬੂਵਤ ਦੇ ਪਹਿਰੇਦਾਰ ਰਹਿਣਗੇ। ਸਾਡੀਆਂ ਔਲਾਦਾਂ ਅੱਲਾਹ ਦੇ ਨਬੀ ਨਾਲ ਇਨਸ਼ਾਅੱਲਾ ਵਫਾਦਾਰ ਰਹਿਣਗੀਆਂ, क्योंकि ऐसा पढ़े कि मोहम्मद से वफा तूने तो हम तेरे, ये जहां चीज है क्या लोह कलम तेरे। मोहम्मद सल्लल्लाहु अलैहि वसल्लम नाल वफादारी ये साडी खून च शामिल है। ਅਸੀਂ ਮਰ ਜਾਾਂਗੇ, ਸਾਡੇ ਬੱਚੇ ਇਨਸ਼ਾਅੱਲਾ ਇਹੋ ਹੀ ਗੱਲਾਂ ਕਰਨਗੇ, ਇਹੋ ਹੀ ਗੱਲਾਂ ਦੁਹਰਾਉਣਗੇ ਕਿ ਮਿਰਜ਼ਾ ਕਾਦੀਆਨੀ ਇੱਕ ਝੂਠਾ ਮੁਦਈਏ ਨਬੂਵਤ ਸੀ। प्यारे नबी सल्लल्लाहु अलैहि वसल्लम ਦੇ ਉੱਤੇ ਨਬੂਵਤ ਦਾ ਸਿਲਸਿਲਾ ਖਤਮ ਹੋ ਚੁੱਕਿਆ ਹੈ। ਜਿਨ੍ਹਾਂ ਨਬੂਵਤ ਦਾ ਦਾਅਵਾ ਕੀਤਾ ਹੈ ਉਹਨਾਂ ਤੋਂ ਬਾਅਦ ਉਹ ਝੂਠਾ ਹੈ, ਕਜ਼ਾਬ ਹੈ, ਦਜਾਲ ਹੈ। ਇਹ ਸਾਡੇ ਬੱਚੇ ਵੀ ਇਨਸ਼ਾਅੱਲਾ ਕਹਿੰਦੇ ਰਹਿਣਗੇ। ਅਸੀਂ ਮਰ ਜਾਾਂਗੇ, ਤੁਸੀਂ ਨਹੀਂ ਮਰਨਾ, ਤੁਸੀਂ ਭੰਗੜੇ ਪਾਣੇ ਨੇ ਇੱਥੇ ਬਹਿ ਕੇ, ਸਭ ਨੇ ਮਰਨਾ ਹੈ। ਅੱਜ ਨਹੀਂ ਤੇ ਕੱਲ, ਅੱਜ ਅਸੀਂ ਪਹਿਲਾਂ ਮਰ ਜਾਾਂਗੇ, ਤੁਸੀਂ ਪਿੱਛੋਂ ਮਰ ਜਾਓਗੇ, ਫਿਰ ਵੀ ਮਰਨਾ ਤੇ ਹੈ ਨਾ ਹਰ ਇੱਕ ਨੇ, ਸਭ ਨੇ। ਕਿੰਨੇ ਇੱਥੇ ਜ਼ਿੰਦਾ ਰਹਿ ਜਾਏ। कुल्लु नफ्सिन ज़ाइक़ातुल मौत, हर नफ्स ने मौत का जायका चखा। अल्लाह के नबी नो अल्लाह ताला ने फरमाया इन्नका मय्यतुन व इन्नहुम मय्यतून। हबीब सल्लल्लाहु अलैहि वसल्लम तुसा नहीं मरना ते इन्हां भी मरना है, इत्थे किसे नहीं रह जाना। इत्थे आमर भाई लफाज ठीक करो, अब रेलवी ने बोल पड़ा जी, लफाज ठीक करो। कुरान दे आयत मैं इन्ना कमाइयतुम व इन्नहुम मय्यतून बदल दूंगा। अब रेलवी ने बोल पड़ा ना, लगना वेख्या भाभी ने भाभी वाला काम कीता। अब रेलवी बैठा ही नबी सल्लल्लाहु अलैहि वसल्लम को अल्लाह पाक ने फरमाया, प्यारे हुजूर सल्लल्लाहु अलैहि वसल्लम को, ऐ प्यारे हबीब आपने भी विसाल फरमाना है और इन्होंने भी मरना है। हुन ठीक है? हां हुन ठीक है, हुन ठीक है, ठीक है भाई। जिस तरह तुसी खुश रहो, डर भी लगता है ना। आज मैनू एक मरकज तो सवेरे सवेरे मैसेज आया, मरकज तो बड़ा मरकज है साडा, उतो मैसेज आया सी। फाइन हां जी जी, फाइन फाइन मौजूद हो? मौजूद हां जी हां जी। की रौला पाया जे इमाम अफजल होता है या नबी? की रौला पाया जे इमाम अफजल होता है या नबी? परसों वाटर आया सी ते ਉਹ ਕਹਿੰਦਾ ਸੀ, ਉਹਨੂੰ ਅਸਦ ਬਹਿਰੇਨ ਵਾਲੇ ਨੂੰ ਵੇਖ ਕੇ ਪੁੱਛਦਾ ਸੀ ਵੀ ਇਮਾਮ ਅਫਜ਼ਲ ਹੁੰਦਾ ਕਿ ਨਬੀ। ਤੇ ਯੂਸਫੀ ਦੇ ਮੂੰਹ ਚ ਗੱਲ ਨਿਕਲ ਗਈ ਇਮਾਮ ਅਫਜ਼ਲ ਹੁੰਦਾ, ਤੇ ਮੈਂ ਕਿਹਾ ਚੱਲ ਇਹਨੂੰ ਹੀ ਪਾਣੀ ਦੇ ਸਕਦੇ। ਯੂਸਫੀ ਕਹਿੰਦਾ ਇਮਾਮ ਅਫਜ਼ਲ ਹੁੰਦਾ, ਮੈਂ ਕਿਹਾ ਚੱਲ ਵਾਟਰ ਰਿਕਾਰਡ ਕਰ ਲੈ, ਇਮਾਮ ਅਫਜ਼ਲ ਹੁੰਦਾ ਨਬੀ, ਤੂੰ ਚੱਲ ਲੈ ਜਾ ਕੇ ਰਿਕਾਰਡ ਕਰਕੇ ਨਾ ਮੇਰੀ ਆਵਾਜ਼ ਤੇ ਸਾਰੇ ਮਰਜ਼ਈਆਂ ਨੂੰ ਸੁਣਾ ਦੇ, ਜਾ ਜੋ ਹੁੰਦਾ ਕਰ ਲਓ। ਉਹ ਮੈਂ परसों का वेखन लगे, कल तो तबीयत नहीं ठीक सारा दिन, मरजाइया ने चीका मारनिया शुरू की ने, ओ शिया वाला कीता बयान क्या करता, शिया वाला कीता बयान। ये बेचारे जाहिल ने, जाहिल। वालेकुम सलाम। नहीं
ਨਹੀਂ ਆਣ ਲੱਗੇ ਉਹ ਆਂਦਾ ਨਹੀਂ ਪਿਆ ਵਾਟਰ ਵੀ ਬਨੇਰਿਆਂ ਤੇ ਬਹਿ ਕੇ ਸੁਣਦੇ ਨੇ ਪਏ। ਤੇ ਅਮਰ ਭਾਈ ਤੁਹਾਨੂੰ ਯਾਦ ਹੋਣਾ ਹੈ ਮਾਜ਼ੀ ਦੇ ਵਿੱਚ ਇੱਕ ਮੁੰਡਾ ਹੁੰਦਾ ਸੀ ਭੱਟੀ ਕਰਕੇ ਨਾਂ, ਕੀ ਵਾਵਾ ਕਰਕੇ ਨਾਂ ਹੁੰਦਾ ਸੀ ਭੱਟੀ, ਉਹ ਜਿੱਥੇ ਪਹਿਲਾਂ ਉਹ ਮੁਅੱਲਮ ਜਿਹੜਾ ਉਹ ਡੇਰੇ ਲਾ ਕੇ ਬੈਠਾ ਹੁੰਦਾ ਸੀ, ਅਹਿਮਦ ਭੱਟੀ ਨੂੰ ਜਾ ਕੇ ਕੋਈ ਬੰਦਾ ਪੁੱਛੇ ਕਿ ਤੂੰ ਇਮਰਾਨ ਖਾਨ ਨੂੰ ਗਾਲਾਂ ਕਿਉਂ ਕੱਢੀਆਂ ਹਨ, ਇਹਨੇ ਕਿਹੜੇ ਨਬੀ ਨੂੰ ਕਿਹੜੇ ਇਮਾਮ ਨੂੰ ਨਬੀ ਬਣਾਇਆ ਸੀ। ਅਹਿਮਦ ਭੱਟੀ ਸਾਹਿਬ ਭਾਈ ਉਹੀ ਹੈ ਨਾ ਜਿਹੜਾ ਉਹ ਮੀਏ ਨੂੰ ਕਹਿੰਦਾ ਸੀ, ਆਹੋ ਸਮਝ ਗਏ ਅੱਗੋਂ। ਆਹੋ ਅੱਛਾ ਸਾਲ ਭਾਈ ਵੇਖ ਲਓ ਬਾਬੇਲਾ ਮਚਾਇਆ ਨਾ, ਰੌਲਾ ਪਾਇਆ ਹੈ ਜਾਹਲਾਂ ਨੇ, ਇੱਕ ਜੁਮਲੇ ਦੇ ਵਿੱਚ ਇਹਦਾ ਜਵਾਬ ਹੈ ਤੇ ਮੁੜ ਕੇ ਅਗਲੀ ਗੱਲ ਨਹੀਂ ਇਹਨਾਂ ਨੂੰ ਆਣੀ ਕਰਨੀ। ਓਏ ਇਹੀ ਗੱਲ ਹੈ ਨਾ, ਇਹੀ ਗੱਲ ਕਰਨ ਡਿਆ ਯੂਸੁਫ ਭਾਈ, ਜਿੱਥੇ ਜਿਹੜੀ ਕੋਈ ਗੱਲ ਕਰਦੇ ਨਾ ਕੋਈ ਮੁਸਲਮਾਨ, ਉਹਦੇ ਅੱਗੇ ਮਿਰਜ਼ਾ ਕਾਦੀਆਨੀ ਆਣ ਕੇ ਇਹ ਵੀ ਕਰ ਦਿੰਦਾ, ਮਿਰਜ਼ਾ ਕਾਦੀਆਨੀ ਇੰਜ ਖੋਤੇ ਨਾਲ ਖੜਾ ਹੋ ਜਾਂਦਾ ਅੱਗੇ ਆਣ ਕੇ, ਕਸਮੇ ਖੁਦਾ ਦੀ। ਇਹ ਨੱਸ ਨਹੀਂ ਸਕਦੇ ਕਿਸੇ ਪਾਸੇ, ਇਹਨਾਂ ਨੂੰ ਸਮਝ ਨਹੀਂ ਆਉਂਦੀ। ਅੱਛਾ ਤੁਸੀਂ ਜੋ ਨਹੀਂ ਤੁਸੀਂ ਬੈਠੇ ਰਹੋ, ਮੂਸਾ ਭਾਈ ਵੇਲੇ ਨੇ ਤੇ ਉਹ ਕੋਈ ਨਹੀਂ, ਕੋਈ ਬੋਲਦੇ ਮੈਂ ਉਹਨਾਂ ਨੂੰ ਥੱਲੇ ਲਾ ਦੇਣਾ। ਮਲਕ ਮਰਾਨ ਵੇਲਾ ਇਹ ਮੈਂ ਤਾਂ ਕਹਿੰਦਾ। ਅੱਛਾ ਅਮਰ ਭਾਈ, ਤੁਸੀਂ ਜੋ ਮਰਜ਼ੀ ਲਿਖ ਕੇ ਲਾ ਦਿਓ ਮੇਰੀ ਗੱਲ। ਆਹੋ ਸਹੀ ਗੱਲ। ਅੱਛਾ ਕੱਲ ਜਿਹੜੀ ਆ ਹੁਣ ਭਾਈ ਹੋਰਾਂ ਤੁਸੀਂ ਗੱਲ ਕਰਦੇ, ਮੈਂ ਕਿਹਾ ਕੱਲ ਇਹ ਜਿਹੜੇ ਭਾਈ ਅੱਗੇ ਆਏ ਸੀ, ਉਹ ਕੀ ਉਹਨਾਂ ਦਾ ਨਾਂ ਸੀ, ਸ਼ੰਬਰ ਪਤਾ ਨਹੀਂ ਕੀ ਸੀ, ਸਾਹਿਲ ਭਾਈ ਗਵਾਹ ਨੇ, ਉਹ ਮਰਜ਼ਈ ਨੇ ਅੱਧਾ ਘੰਟਾ ਲਾਇਆ ਤੇ ਜਿਹੜੀ ਆਇਤ ਦੇ ਵਿੱਚ ਲਿਖਿਆ ਨਾ ਖਾਤਮੁਨ ਨਬੀਨ, ਕਿ ਖਤਮੀਆਂ ਨੂੰ ਖਤਮ ਕਰਨ ਵਾਲਾ, ਇਹਦਾ ਮੈਂ ਰਿਕਾਰਡਿੰਗ ਚਾੜੀ YouTube ਤੇ, ਬਕਰ ਭਾਈ ਨੂੰ ਪਤਾ। ਜਦੋਂ ਮੈਂ ਤਹਰੀਰ ਪੜ੍ਹਾ ਨਾ ਮਿਰਜ਼ਾ ਸਾਹਿਬ ਦੀ, ਕਿ ਨਹੀਂ ਇਹ ਕਿਸੇ ਨੇ ਗਲਤ ਕੀਤਾ, ਇਹਨੂੰ ਤਾਂ ਤਰਜਮਾ ਕਰਨਾ ਹੀ ਨਹੀਂ ਆਉਂਦਾ, ਤੇ ਜਦੋਂ ਸਾਹਮਣੇ ਆਇਆ ਨਾ ਫਿਰ ਤੁਹਾਨੂੰ ਵੇਖੋ ਵੀਡੀਓ ਦੀ ਹਾਦਸਾ ਪੁੱਟਿਆ ਹੋਇਆ ਕੀ ਫਿਰ ਮਰਜ਼ਈ ਦਾ ਪ੍ਰੋਗਰਾਮ ਪੂਰਾ ਵੜ ਗਿਆ, ਫਿਰ ਬਲੌਕ ਕਰ ਚੜਿਆ ਮੈਨੂੰ। ਅੱਛਾ ਉਹ ਨਵਾਂ ਹੀ ਤੇ ਅਬੂ ਬਕਰ ਭਾਈ ਤੇ ਐਵੇਂ ਹੀ ਉਹ ਚੜ ਕੇ ਨਾ, ਤੇ ਉਹਨੂੰ ਲੱਗਾ ਜੀ ਖਾਤਮੁਨ ਨਬੀਨ का मतलब खत्म करने वाला नहीं ਹੁੰਦਾ ਤੇ ਮੈਂ ਸੁਣਦਾ ਰਿਹਾ ਪਹਿਲਾਂ ਅੱਧਾ ਘੰਟਾ। ਮੈਂ ਫਿਰ ਕਿਹਾ ਮੈਂ ਸਾਡੇ ਇਲਾਕੇ ਦੇ ਪੀਰ ਸਾਹਿਬ ਨੇ ਤੇ ਉਹ ਇਹ ਤਰਜਮਾ ਕਰਦੇ ਠੀਕ ਕਰਦੇ, ਕਹਿੰਦਾ ਨਹੀਂ ਉਹਨਾਂ ਨੂੰ ਪਤਾ ਹੀ ਕੋਈ ਨਹੀਂ ਕਰਾਉਂਦਾ। ਮੈਂ ਲੈ ਫਿਰ ਪੀਰ ਸਾਹਿਬ ਕਿਹੜੇ ਲਈ ਦੱਸੋ ਇਹਨੂੰ, ਉਹ ਪੀਰ ਸਾਹਿਬ ਦੱਸੇ ਤੇ ਫਿਰ ਢਿੱਡ ਨੂੰ ਪੀਰ ਪੈ ਗਈ। ਅੱਛਾ प्ले करो ना रिकॉर्डिंग, अगर रिकॉर्डिंग सुनानी तो सुना दो एप्लीकेशन। 2 ਮਿੰਟ ਚ ਘਰ ਪਹੁੰਚਣਾ ਬਸ, ਮੈਂ ਚਲਾਨਾ। ਅੱਜ ਮੈਂ ਸੁਣੀ ਆ ਜਿਆ ਭਾਈ, ਉਹ ਕੱਲ ਤੁਹਾਡੀ ਜਿਹੜੀ ਹੋਈ ਨਾ ਇਹਦੇ ਨਾਲ ਸ਼ਾਤਿਮ ਉਹਦੇ ਰਾਜਪਾਲ ਦੇ ਨੁਤਫੇ ਨਾਲ ਜਿਹੜੀ ਤੁਹਾਡੀ ਗੁਫ਼ਤਗੂ ਹੋਈ, ਤੇ ਇਹਨਾਂ 5 ਲੱਖ ਰੁਪਏ ਦਾ ਉਹਦੇ ਤੇ ਇਨਾਮ ਰੱਖ ਦਿੱਤਾ। ਇਹਨੇ ਕਿਹਾ ਤੂੰ ਕੁਰਾਨ ਦੀ ਆਇਤ ਜੇ ਪੜ੍ਹ ਦੇਵੇਂ 5 ਲੱਖ ਰੁਪਈਆ ਇਨਾਮ ਹੈ ਤੈਨੂੰ। ਤੇ ਪੜ੍ਹੀ ਉਹਨੇ ਥੋ ਪੜ੍ਹਨੀ ਸੀ, ਮੁੜ ਕੇ ਕਹਿੰਦਾ ਤੁਸੀਂ ਪਾਕਿਸਤਾਨ ਨਹੀਂ ਪੜ੍ਹਨ ਦਿੰਦੇ। ਜਿਆ ਬਈ ਕਹਿੰਦੇ ਤੈਨੂੰ ਮੈਂ ਇੱਥੇ ਵੀ ਨਹੀਂ ਪੜ੍ਹਨ ਦੇਣੀ, ਜਾ ਤੂੰ ਨਹੀਂ ਪੜ੍ਹ ਸਕਦਾ, ਪੜ੍ਹ ਕੇ ਦਿਖਾ ਜੇ। ਨਹੀਂ ਪੜ੍ਹੀ ਜਾਣਾ। ਉਹ ਜਿਹੜੀ ਕਰਨ ਨਾ ਜ਼ਾਹਿਰ ਜਮੀਲ ਭਾਈ ਗੱਲ, ਉਹ ਮੈਂ ਕੱਲ ਨਾ ਬੜਾ ਹੈਰਾਨ ਹੋਇਆ। ਪਹਿਲੇ ਤਾਂ ਕਹਿੰਦੇ ਹਨ ਕਿ 2 ਸਫ਼ੇ ਪਿਛਲੇ ਤੇ 2 ਸਫ਼ੇ ਅਗਲੇ ਪੜ੍ਹੋ। ਉਹ ਰਾਤੀ ਇਹ ਗੱਲ ਕਰਦੇ ਪਏ ਤੇ ਰਾਤੀ ਇਹਨਾਂ ਜਦੋਂ 21ਵੀਂ ਆਇਤ ਪੇਸ਼ ਕੀਤੀ ਨਾ ਸੂਰਾ ਅਹਿਜ਼ਾਬ ਦੀ, ਕਿੱਥੇ ਲਿਖਿਆ ਖਤਮ ਕਰਨੇ ਵਾਲਾ ਨਬੀਓਂ ਕਾ, ਕਹਿੰਦਾ ਨਹੀਂ 2 ਸਫ਼ੇ ਪਿਛਲੀ ਪਹਿਲੀ ਆਇਤ ਜਿਹੜੀ ਮਿਰਜ਼ਾ ਸਾਹਿਬ ਨੇ ਪੇਸ਼ ਕੀਤੀ ਨਾ, ਪਹਿਲੀ ਆਇਤ ਤੋਂ ਸ਼ੁਰੂ ਹੋ ਤੇ ਫਿਰ ਜਾ ਕੇ ਤੈਨੂੰ ਜਵਾਬ ਦਿਆਂਗਾ। ਆਹੋ ਪਹਿਲੇ ਸਫ਼ੇ ਤੋਂ ਪੜ੍ਹਨਾ ਸ਼ੁਰੂ ਕਰੋ। ਉਹ ਗੱਲ ਹੋਈ ਸੀ, मैं जो उन्होंने किया ना आयत पढ़, तो कहता शनिशाब नाजरीन दे देखें पाकिस्तान में हमें पढ़ने नहीं देते, कहते हैं हमें तकलीफ़ होती है। अब तकलीफ़ नहीं हो रही, अब हमें कह रहे हो कि पढ़ो, अब रोक के दिखाओ ना मुझे। पाकिस्तान में तो रोकते हो, अब रोक के दिखाओ। मैं कह ला रोक लिया, फिर तेनों पढ़ के दिखाओ। मैं कहती
ਜਰਮਨੀ ਬੈਠੇ ਉਹਦੇ ਨਾਲ ਇਹਨੂੰ ਵੀ ਮੈਂ ਚੰਗੀ ਰੋਕ ਕੁੱਤੇ ਲਿਆ, ਵਾਲੀ ਮੈਂ ਹੋਈ ਕਿਹਾ ਪੜ੍ਹ ਰਾਤੀ। ਕੇ ਵਿਖਾ ਜੇ ਐਤ ਪਿਓ ਦਾ ਪੁੱਤਰ ਤਾਂ ਪੜ੍ਹ ਕੇ ਵਿਖਾ। नहीं तो वो आयत 5 ਲੱਖ तो नाम बगैर से अराब रखा तो लेकिन लिखी नहीं पढ़ सकते हैं। बगैर अराब तो लिखी सी आयत थे नहीं यार राह वाली सी। ਇਹ ਸਾਰੇ ਹੀ ਹੈਰਾਨ ਪਰੇਸ਼ਾਨ ਹੋ ਰਹੇ ਹੋ ਤੁਸੀਂ ਵੀ ਜੋ ਪੜ੍ਹ ਦਿੰਦਾ ਭਾਈ ਪੜ੍ਹ ਦਿੰਦਾ ਤਾਂ ਫਿਰ ਪੜ੍ਹੀ ਕਿਉਂ ਨਹੀਂ ਸੀ? ਕਮ ਅਜ਼ ਕਮ ਕੋਈ 15-20 ਮਿੰਟ बगैर अराब तो सी इस वास्ते नु क्या कि पढ़ बगैर अराब तो नहीं ਨਹੀਂ ਬਗੈਰ ਆਰਾਬ ਤੋਂ ਆਰਾਬ ਵੀ ਲੱਗੇ ਹੋਏ ਨੇ। दौर बेटे ਉਹ ਕੋ ਕਿਤਾਬ ਖੋਲ ਕੇ ਬੈਠਾ ਸੀ ਤੇ ਉਹਦੇ ਵਿੱਚ ਲਿਖੀ ਹੋਈ ਸੀ ਆਇਤ। ਸਾਹਮਣੇ ਆਇਤ ਲਿਖੀ ਸੀ ਯਾ ਭਾਈ, ਉਹ ਬਿਲਕੁਲ ਸਾਹਮਣੇ ਆਇਤ ਲਿਖੀ ਹੋਈ ਸੀ ਸਾਹਮਣੇ, ਸਾਰੇ ਆਰਾਬ ਵੀ ਲੱਗੇ ਹੋਏ ਸੀ। मैं शायद ये सोच रहा सी कि तुस अपने लखोली है ते बगैर अराब तो इनको नहीं पढ़न होनी ਉਹ ਮੈਂ ਨਹੀਂ ਨਹੀਂ ਸਕਰੀਨ ਤੇ ਸ਼ੇਅਰ ਕੀਤੀ ਹੋਈ ਅੱਛਾ ਸੀ। ਵੈਸੇ ਰਾਤੀ ਹੋਇਆ ਪਤਾ ਕੀ ਹੈ, ਇਹਨਾਂ ਨੇ ਨਾ ਰਾਤੀ ਪਲਾਨਿੰਗ, ਇਹ ਆਏ ਨਾ ਪੂਰੀ ਪਲਾਨਿੰਗ ਕਰਕੇ ਰਾਤੀ ਨਾ, ਜਿਹੜੇ ਜਰਮਨ ਸ਼ੈਫਰਡ ਨੇ ਨਾ ਮੁਬਸ਼ਰ ਰਜ਼ਾ ਤੇ ਇਮਰਾਨ ਕਾਲੂ, ਇਹ ਸਾਰੇ ਕੱਲ ਪਲਾਨਿੰਗ ਕਰਕੇ ਨਾ ਰਾਤੀ ਆਏ ਨੇ। ਤੇ ਇਹ ਉਹੀ ਕੰਮ ਮਤਲਬ ਗਾਲਾਂ ਗੁਲਾਂ ਕੱਢਣ ਵਾਸਤੇ ਮਾਈਕ ਲਾ ਕੇ ਆਮਰ ਨਜ਼ੀਰ ਆਏਗਾ ਇੱਥੇ ਆਂਦਾ ਤੇ ਗਾਲਾਂ ਕੱਢੀਆਂ ਨੇ। ਖੁਦਾਊ ਅੱਗੋਂ ਤਾਰਕ ਚੌਹਾਨ ਟੱਕਰ ਗਿਆ ਆਂਦਿਆਂ ਨੂੰ। ਆਮਰ ਨਜ਼ੀਰ ਨੂੰ ਕੀ ਗਾਲਾਂ ਕੱਢਣੀਆਂ, ਤਾਰਕ ਚੌਹਾਨ ਕੋਲੋਂ ਚਿੱਤਰ ਖਾ ਬੈਠੇ। ਅੱਛਾ ਵੈਸੇ ਇੱਕ ਗੱਲ ਮੈਂ ਵੇਖੀ ਤਾਰਕ ਚੌਹਾਨ ਸਾਹਿਬ ਵੱਲ, ਤੇ ਇਹ ਜਿੰਨਾ ਮਰਜ਼ੀ ਕੋਈ ਲਪਟੀ ਚੁਪਟੀ ਵੀ ਲਾ ਦੇਣ ਨਾ ਕਿ ਜੀ ਚੌਹਾਨ ਸਾਹਿਬ ਆਪਣੇ, ਇਹ ਚੌਹਾਨ ਸਾਹਿਬ ਨੇ ਉੱਥੇ ਗੱਲ ਆਪਣੀ ਉੱਥੇ ਰੱਖਣੀ ਹੈ। ਮਰਜ਼ਈਓ ਫਿਰ ਤੁਸੀਂ ਮੰਨਦੇ ਕਿਉਂ ਨਹੀਂ? ਉਹ ਜਿੰਨਾ ਮਰਜ਼ੀ ਉਹਨਾਂ ਨੂੰ ਮੱਖਣ ਵੀ ਲਾ ਲੈਣਾ, ਜੀ ਚੌਹਾਨ ਸਾਹਿਬ ਆਪਨੇ ਬਹੁਤ ਅੱਛਾ ਪੜਾ, ਤੇ ਨਾਲ ਹੀ ਉਹ ਉਹਨੂੰ ਕਹਿ ਦੇਣਗੇ ਤੇ ਤੂੰ ਮਰਜ਼ਈਓ ਮੰਨਦੇ ਕਿਉਂ ਨਹੀਂ? ਫਿਰ ਤੁਸੀਂ ਆਪਣੇ ਉਹ ਪੈਂਪਰ ਖਲੀਫੇ ਦੀ ਖਿਲਾਫਤ ਲੈ ਕੇ ਬੈਠੇ ਹੋ ਮਰਜ਼ਈਓ। ਨਹੀਂ ਰਾਤੀ ਵੀ ਉਹ ਚੰਗਾ ਜੁੜਿਆ ਇਹਨਾਂ ਨੂੰ ਨਾ, ਸਾਰੀ ਪਲਾਨਿੰਗ ਫੇਲ ਕਰ ਛੱਡੀ ਉਹਨੇ ਤਾਰਕ ਚੌਹਾਨ ਨੇ ਇਹਨਾਂ ਦੀ। ਆਜ਼ਾਦ ਜਮੀਲ ਭਾਈ ਤੁਸੀਂ ਰਿਕਾਰਡਿੰਗ ਸੁਣਾਉਣ ਲੱਗੇ ਸੀ ਮੇਰੇ ਖਿਆਲ ਨਾਲ। ਉਹ ਅਸਲ ਮਸਲਾ ਵਾਲਾ ਕੀ ਸੀ, ਉਹ ਜਿਹੜੀ ਗੱਲ ਲੈ ਕੇ ਕੱਲ ਉਹ ਗਿਆ ਸੀ ਨਾ, ਉਹਦੇ ਵਾਸਤੇ ਛੱਡਿਆ ਨਾ, ਇਹ ਜਿਹੜੀ ਅਮਰ ਭਾਈ ਨੇ ਕੀਤੀ ਸੀ ਇਹਦੀ ਗੱਲ ਹੋ ਰਹੀ। इमाम अली जी तो खुदा इतना क्या बोल रहा है कि आपसे बात ना करे जिसने आपको पैदा किया। हम जो ये बात करते हैं तो ये हम खुदा के साथ बात करते हैं ना, हम खुदा को ये बात किसी तरह है ना जी भाई, इसलिए कि अस्सलाम वालेकुम। मेरे भाई बात जी ठीक हूँ, बात कर रहे थे भाई साहब से मिठा दी। तो प्यारे भाई आप अल्लाह ताला से खुद कह रहे हैं कि आप बातें करते हैं, हकीकत भी यही है, सच भी यही है कि आप जब नमाज पढ़ते खुदा ताला से बात कर रहे होते हैं, हम कलाम हो रहे होते हैं इस वक्त। अच्छा ये आप बात ही कर रहे हैं। मैं भी तक गया हूँ ना। अच्छा ठीक है, हाँ जी, आप करें राम करें, फिर इंशाल्लाह मेरे भाई आपसे बात होगी, कोई मसला नहीं। बात मैंने कोई नहीं बैठे रहे, बात सुनो, बात हर टाइम हो नहीं बैठे रहने दे, बात सुनने दे। यूएफसी भाई बैठे, कोई मतलब हमें मेजर बात करने का मौका दे। ठीक है अगर इजाजत हो तो भाई। अस्सलाम वालेकुम जी। वालेकुम। तो भाई अपनी स्क्रीन बड़ी करना ना, वो क्या लिखा हुआ मुझे समझ नहीं आया यार उसमें। अच्छा स्क्रीन तो बड़ी उनसे बड़ी की हुई थी। अच्छा वो थक गए हैं, कोई मसला नहीं, आप आ जाए। हाँ जी ये बड़ी हो गई माशाल्लाह जी मेरे भाई। क्या लिखा है जी? मदीने वाले पे मेरी जान कुर्बान, नबूवत जारी है, सैयद मुर्शिदी या नबी सल्लल्लाहु अलैहि वसल्लम। माशाल्लाह अच्छी चीज लिखी है यार। कुरान मजीद की वो भाई एक आयत पेश कर रहे थे, मा काना मुहम्मदन अबाउन अहदुम मिन रिजालिकुम वलाकिन रसूलुल्लाहि व खातमन नबिय्यीन। हमारे इलाके के एक मौलवी साहब हैं,
وہ اس کا ترجمہ ایسے کرتے ہیں، یعنی محمد صلی اللہ علیہ وسلم تم میں سے کسی مرد کا باپ نہیں ہے مگر وہ رسول اللہ ہے اور ختم کرنے والا نبیوں کا۔ یہ آیت بھی صاف صاف دلالت کر رہی ہے کہ بعد ہمارے نبی صلی اللہ علیہ وسلم کے کوئی رسول دنیا میں نہیں آئے گا۔ اس کے بارے میں کیا کہتے ہیں؟ جی بھائی، پہلے تو تھوڑی دیر پہلے یہی آیت UFC بھائی نے پیش کی تھی، ٹھیک ہے، اور جو انہوں نے ترجمہ کیا تھا وہ ترجمہ انہوں نے کچھ اور کیا تھا پیش۔ پڑھ کے آپ کو سنائیے نا کہ یعنی محمد صلی اللہ علیہ وسلم میں سے اب آپ نے اگر اس کا ترجمہ کسی مولوی صاحب سے لیا ہے، کیا آپ نے اپنی عقل نہیں دوڑائی؟ کیا یہ مولوی صاحب کا ترجمہ ٹھیک ہو رہا ہے یا میں خود کوشش کروں؟ اجمل بھائی سوری میں ڈسٹرب کر رہا ہوں، مجھے یہ سمجھا دیں کہ یہ جو میں نے ترجمہ پڑھ کے سنایا ہے یہ اپنے عالم صاحب ہیں ہمارے علاقے کے، میں سیالکوٹ چونڈا کے علاقے سے ہوں، ان کا ایک ترجمہ ہے اور انہوں نے کہا ہوا ہے کہ یعنی محمد صلی اللہ علیہ وسلم تم میں سے کسی مرد کا باپ نہیں ہے مگر وہ رسول اللہ ہے اور ختم کرنے والا نبیوں کا۔ یہ ترجمہ صحیح کیا مولوی صاحب نے کہ یہ غلط کی ہے؟ مولوی صاحب سے یہ پوچھیں، ترجمہ نہیں ٹھیک ہونا ہے، میں بتاتا ہوں، مولوی صاحب سے یہ پوچھیں کہ کس نبی کا نبی پاک صلی اللہ علیہ وسلم نے کیا ختم کیا ہے؟ سمجھا نہیں، وہی سب دوبارہ کرنے والے ہیں نا۔ حضرت یوسف علیہ السلام کا کیا ختم کیا؟ 1,24,000 پیغمبر آئے، ان کا کیا ختم کیا نبی کرم صلی اللہ علیہ وسلم نے؟ کیا ختم کیا؟ کیا تھا وہاں جو ختم کیا انہوں نے؟ کیا تھا اس وقت وہاں پہ؟ کوئی تھا وہاں پہ؟ وہ اپنے اپنے وقت پہ سن لیں، اپنے اپنے وقت کے اوپر آتے، اپنے جو پیغام صلی اللہ کا دے کے چلے گئے، ختم ہوگی کہانی۔ باقی اللہ تعالیٰ نے نبی پاک صلی اللہ علیہ وسلم ذریعہ میں بتا دیا کتنے پیغمبر دنیا میں نے بھیجے ہیں، ان پہ ایمان لاؤ۔ اگر نبی پاک صلی اللہ علیہ وسلم نہ بتاتے تو نہ آپ کو پتا تھا نہ مجھے پتا تھا۔ ٹھیک ہے، میں اصل میں آپ کی بات سمجھ گیا ہوں۔ دیکھیں وہ مولوی صاحب نے بولا کیا ہے، وہ ختم کرنے والا رسولوں کے آگے اس کی تھوڑی سی تشریح بھی کی ہوئی ہے کہ یہ آیت بھی صاف صاف دلالت کر رہی ہے کہ بعد ہمارے نبی صلی اللہ علیہ وسلم کے کوئی رسول دنیا میں نہیں آئے گا۔ یہ میں پوچھ رہا ہوں کہ یہ جو انہوں نے وضاحت کی ہے یہ ختم کرنے والا یہ کا صحیح لکھا ہے؟ بچی چاہ رکھی ہے مائک کھلا ہوا یا؟ ہاں صحیح ہے، جزاک اللہ۔ انہوں نے گالیاں نکالنی تھی آگے، وہ اس نے نہ کرنا تھا۔ ہاں جی، اصل میں ان کا تھوڑا مسئلہ ہے، میں بات نہیں کرتا، بزرگ ہیں، ان کے ساتھ میں کبھی کبھی کھیلتا رہتا ہوں ان کے ساتھ، خیر چھوڑیں ان کو۔ اچھا، وہ اپنی تشریح کرتے پھرتے ہیں مولوی صاحب، اب تشریح وہ جو چاہے کرتے پھرتے ہیں، ہم تو وہ لیں گے جو سیدھا سیدھا لکھا ہے وہاں پہ۔ پوری آیت کے اندر کہیں نہیں لکھا آپ سے میری یہ بات ہوگی کہ ختم کیا کسی کا کچھ ختم نہیں کیا، بلکہ ایک تو کہتے ہیں کہ عیسیٰ علیہ السلام نے آنا بھی ہے، اور جب انہوں نے آنا ہے تو پھر کیا ختم کیا؟ عیسیٰ علیہ السلام کا کیا ختم کیا انہوں نے؟ ہاں ابھی میں بات کرنا چاہتا ہوں زاہد بھائی، ایک منٹ میں ایک منٹ یار وہ کلیئر کروا دوں نا کہ کیونکہ یہ ایک بہت بڑے مفتی ہیں تو ان کا میں نے یہ ترجمہ پڑھ کے سنایا ہے۔ اچھا وہ مفتی ہے، میں مفتی ہے؟ اچھا بات نہیں جن کا میں ترجمہ پڑھ کے سنا رہا ہوں نا، وہ اگر کوئی بندہ ان کو نہ مانے نا تو وہ کہتے ہیں وہ کافر ہو جاتا ہے۔ ہاں جی وہ کہہ سکتے ہیں۔ زاہد بھائی آپ مائک تھوڑا سا بند کرو۔ ان کا کام ہے میرے بھائی ہے نا، انہوں نے یہی کہا تھا۔ آیات پڑھا ماکان محمد آبا، ٹھیک ہے، یہ آیات اس نے پڑھا، اس کا ترجمہ اس نے کیا، کہہ رہا تھا کہ نبی علیہ السلام نے اس کا ختم کیا، وہ میں سمجھتا نہیں کہ کیا، لیکن مقصد معنی اس کا یہ ہے کہ رسول اللہ مبارک جو وہ خاتم النبیین وہ آخری رسول ہے، اس کے بعد نبوت کی دروازہ بند ہے، ٹھیک ہے، اس کا مقصد یہ ہے، مطلب اس کا یہ تھا۔ کہہ رہا ہوں نا، اب دیکھو میں نے واضح بھی کر دیا کہ اس بندے نے یہ بھی لکھا ہوا ہے جس نے یہ ترجمہ کیا ہے، اس نے کہا ہے کہ جو بندہ میری بات کو نہیں مانتا وہ کافر ہے، دائرہ اسلام سے خارج ہے، جس نے یہ ترجمہ کیا ہوا ہے۔ اچھا زاہد بھائی بتائیں گے کس نے یہ ترجمہ کیا ہے؟ ترجمہ ہے روحانی خزائن کی جلد 3 ہے، صفحہ
431 पे मिर्जा साहब ने तर्जमा किया, जो इनके नबी हैं, जिनको ये है चौधरी अकमल साहब नबी मानते हैं, उनका ये तर्जमा है। अच्छा ये ये क्या तो है बस की लाया है। अच्छा जी, अच्छा जी, तर्जमा लगा है जरा किथे लाओ जी, लाओ जरा। हाँ जी, मेरी स्क्रीन बड़ी है। नहीं नहीं, बड़ी अच्छी बात है, लगाए ना। स्टूडेंट आपने ये टेररिस्ट की पिक्चर क्यों लगाई है? ये आप टेररिज्म को प्रमोट कर रहे हैं, ये दहशतगर्द। नहीं नहीं यार, छोड़ो उसको, छोड़ो बिलाल भाई, एक मिनट, ये स्क्रीन बड़ी करे यार वो पर्सनल वजह, उस वजह से है। आप ना परेशान हो, इसी की वजह से कोई स्ट्राइक नहीं आएगी। स्क्रीन बड़ा करो, स्क्रीन बड़ा करें। आपने दहशतगर्द की पिक्चर लगाई है। और ठहर देना, ठहर दें। अमजद जी स्क्रीन बड़ी करना जी। हाँ जी, ये क्या लिखा हुआ है? अच्छा जी, मुझे कुछ नहीं आता। क्या लिखा हुआ है? क्या लिखा है? रोहानी नंबर 3। अच्छा, एक मिनट, ये क्या लिखा है? 431। 431। आगे चले जी। यही आयत पढ़ी जा रही है, मा काना मोहम्मद अबाउन अहदिम मिन रिजालिकुम ऊपर से पूरा पढ़ते हैं। एक मिनट पूरा पढ़ते हैं। 21 नंबर की आयत उन्होंने लिखी हुई है। 21 आयत इधर से शुरू करेंगे ना, क्योंकि बात तो इधर से शुरू हो रही है। 21 आयत ये है कि मा काना मोहम्मद अबा अहदिम मिन रिजालिकुम मिन रसूल वलाकिन रसूलुल्लाहि व खातमन नबिय्यीन, यानी मोहम्मद सल्लल्लाहु अलैहि वसल्लम तुम में से किसी मर्द का बाप नहीं है मगर वो रसूलुल्लाह है और खत्म करने वाला नबियों का। ये आयत भी साफ साफ दलालत करती है कि बाद हमारे नबी सल्लल्लाहु अलैहि वसल्लम के कोई रसूल दुनिया में नहीं आएगा। जी जी बताएं जी। आगे बढ़े, थोड़ा उसकी लिखा हुआ है कि शरीयत वाला। आगे बढ़े। मैंने तर्जमा क्लियर करवाना था भाई, तर्जमा क्लियर हो गया ना? नहीं, आगे पूरा पढ़े ना। और ये मैं पढ़ता हूँ। पता क्या है? अब मैं बताता हूँ आपको। बात ये है कि ये आपके अकीदे हैं, समझ आ गई? तो ये हमारा अकीदा है। आपके अकीदे, हाँ जी। अब आगे उन्होंने पूरी वजाहत कर दी है, सुन लो ना पूरी, थोड़ी सुन लो। आगे उन्होंने बता दिया कौन सा नबी नहीं आ सकता, कौन सा आ सकता है, ये भी उन्होंने बता दिया साथ में। पूरा पढ़े ना। मसला ये है कि आपका अकीदा, यही तो मैं कह रहा हूँ कि अपना अकीदे को कुरान में जैसे आपने साबित करना है। चौधरी साहब, अजमल भाई मेरी बात सुने, हमारी बात हो रही है कुरान मजीद की इस आयत के तर्जमे के ऊपर। अकीदा बाद में लेते हैं, पहले देखना ये तर्जमा सही किया कि नहीं। आपने तो पहले कहा था ये गलत है, कि मौलवी साहब ने गलत किया। अभी मैं बताता हूँ नहीं अमजद भाई, स्टूडेंट भाई क्या कह रहे हैं? मैं कह रहा था अभी जब आपने कहा ना जिनका मैंने तर्जमा पढ़ा है, तो ये उनके मुतल्लिक दो कुछ बातें कर रहे थे। अब ये तर्जमा करते हैं क्या खत्म किया? बताए तो सही ना, क्या खत्म किया? पूरा पढ़े, आगे पूरा पढ़े चलें। गुलाम कादिर वालों पर लानत है जो उसको नबी कहता है। तो यार ऐसे नहीं, एक मिनट ठहर जो, UFC भाई ठहर जो, क्या हो गया यार? ये तरीका आप बताइए, आगे बढ़ना नहीं हो तो मेरी बात सुन, बात मेरी प्यार है, आप बताएं। अच्छा ये हो गई अजमल भाई, ये हो गई एक दलील। UFC भाई अगर ऐसे बात करनी है तो भाई नीचे ही रहो, आराम से बात करो, हमारे पास दलील। मेरा माइक किसने? नहीं, मैं उनको समझा रहा हूँ कि ऐसे बात नहीं करते मेरे भाई। पढ़े फिर आगे पढ़ना है, पता चल जाएगा यहाँ क्या लिखा हुआ है, ठीक है? क्या मामला चल रहा है, इसी को पढ़ेंगे। अच्छा जी देखें अजमल भाई, इसको कहोगे तो मैं 2 सफ़े भी पढ़ सकता हूँ, 3 सफ़े भी पढ़ सकता हूँ, कोई मसला नहीं। और बार बार माइक
चले ऊपर से पढ़ के आए दोबारा, चले पूरा पढ़ना ऊपर से, चले अब पढ़े। जी आप बताओ कि मोहम्मद सल्लल्लाहु अलैहि वसल्लम ने 9 साल की बच्ची से शादी क्यों की? बिलाल भाई आप माइक अभी मैं कह रहा जी, मैं वो पूरी रूहानी खजाने नहीं खोलता हूँ और उसमें से भाई को पढ़ के बताता हूँ, ठीक है जी। जिल्द 3 थी ना जी, नहीं वही से शुरू करना है, अब भागना नहीं, अब भागना नहीं, वही से शुरू करना है, मैं आपके लिए ही कर रहा हूँ। वही शुरू करना है। 1 मिनट चौधरी साहब, क्या चले पढ़े, क्या चले पढ़े। उसका सफा 431 था। हम पूरा पढ़ते हैं ना, इसमें पूरी किताब खोल ली अभी, देखो ये ना हो ना वो पूरी किताब नहीं थी। मुझे क्यों ड्रॉप करते हो आप यार? आप प्यार से बात करें, आप प्यार से बात करें तो सही है ना यार, ऐसे तो ना करें। चार सौ 31 नहीं पता चल रहा, नहीं समझ आ रही। नहीं खुद भी आगे आगे पहुंच गए हैं। ये 29 आ गया और ये 30 आ गया। ये अभी प्रॉपर किताब आ गई है जो पूरी रूहानी खजान की जिल्द 3, और ये वही मिर्जा साहब इसमें कहते हैं 21वीं आयत ये है। सब खैर, आपने कहा कि ये आपके इलाके के रहने वाले हैं, यही कहा ना आपने मुफ्ती साहब? क्या माइक ऑन करें, खोलें। इलाका कादियान के साथ ये बताएं कादियान का कौन सा इलाका आपका, नाम बताएं। सियालकोट से कादियान कितनी दूर है? कादियान इंडिया में है, सियालकोट पाकिस्तान में है, और बहुत बड़ा ये जब इन्होंने चौधरी साहब जब ये आयत लिखी गई थी ना, तर्जमा लिखा गया था, उस वक्त इंडिया पाकिस्तान एक ही था, पता है आपको? जब ये बुक लिखी गई थी। मेरी बात समझे? मिर्जा साहब लिख रहे हैं माँ का नाम मोहम्मद अड़ के चल रहा है। मिर्जा साहब लिख रहे हैं माँ का नाम मोहम्मद नबा। मिर्जा साहब लिख रहे हैं माँ का नाम मोहम्मद नबा। मिर्जा साहब लिख रहे हैं माँ का नाम मोहम्मद नबा। फोन में थल्ले चला गया, कर रहा है वो आता है जाग के ऊपर आता है ऐसा। भाई क्या हो गया? फिक्र ना करें, मैं रोक लेता हूँ, फिक्र ना करें, जाना नहीं। मैं नहीं जानता यार, टेंशन। जी जी एक मिनट ठहरे, मेरा ब्लॉक हो गया मेरा नेट। करना चाहिए। अच्छा, आपने कहा था कि आप मुफ्ती साहब को जानते हैं, आपके इलाके के रहने वाले हैं, ये कहा था ना आपने? बिल्कुल सही है, मैं जानता हूँ उनको। हाँ जी, कौन से इलाके के आप रहने वाले हैं? मैं सियालकोट कुविंडा, यही इलाका है हमारा बॉस। आप उनको मानते हैं? यार बात मानने की नहीं होती। देखो मेरी बात अजमल भाई, ये जो चीज होती है ना, आप उनको मानते हैं, आप नहीं मानते उनको। आपने कहा कि आप उनको मानते हैं, माइक खोले, बताएं मुझे आप। मेरे भाई आप रिकॉर्डिंग कर रहा हूँ अजमल भाई, मैं रिकॉर्डिंग कर रहा हूँ, दूसरी तरफ चौधरी साहब मैंने ये कहा। जी जी बोले। आपने कहा कि आप उनको मानते हैं, बहुत बड़े मुफ्ती। मैंने कहा यार ये यूएससी भाई बताना, मैंने ये कहा था कि हमारे इलाके के मौलवी साहब हैं को जो ऐसा तर्जमा करते हैं, और वो यार कादियान हमारे कितनी दूर है।
चले अमजद साहब अगर वो नहीं है लेकिन तर्जुमा तो होता ही है ना। ठहर जाना, सब्र कर। अच्छा उसके अलावा अभी दूसरी जगह पे देखें जी, यही रूहानी डिजाइन की जिल, वो पिछली खोल नहीं है, अभी पीछे बात खत्म नहीं हुई। वो दोबारा आयत लगाएं और ऊपर से पढ़ के नीचे आए। चले ये निचौरी साहब ये ले, ये आ गया, ठीक है। हाँ जी, बात इधर से शुरू हो रही है, ऊपर नहीं, यहाँ से नहीं, क्या चल रहा है, ऊपर पढ़े ना, ऊपर करें। हाँ पूरा ऊपर ओवर लेके खोले, इसमें लिखा हुआ है यार, सब्र कर ना, भागना नहीं। यहाँ चला के नहीं चलेगी मेरे बेटे। ये यहाँ किन आयात का जिक्र हो रहा है ये बताना मुझे, खोलो। मजीद की आयत का जिक्र हो रहा है, कुरान मजीद की आयत लिखी हुई है। कौन सी आयत का? ये कहाँ से शुरू है? अब ये कौन सी आयत? ये तो बहुत अच्छा किया आपने खोल दिया है। शुरू से यहाँ पे ये 30 आयत का जिक्र है ना, वहां से शुरू करें। चले पिछले चलें, 30 आयत का शुरू कर ले जी। लो, और मुझे ये बताएं कि जिसने ये तर्जुमा किया है वो सही किया कि नहीं? आप तो कह रहे थे गलत किया है। तर्जुमा यहाँ जो हुआ है ना किताबों के अंदर, मुझे पता है यहाँ क्या लिखा हुआ है। आप शुरू करेंगे या नीचे उतारूं आपको? आप वहां से शुरू करके यहाँ तक आए। चलें, चल जाहिद यार शुरू कर ले वहां से, तू 20वीं आयत से शुरू कर। मैं 19 में कर देता हूँ, ये 19 है। पहली से करना है, पहली से। हेलो, अभी उसको समझने का, इसको मैंने इसलिए उतारा है, सुन लो मेरी, हम जरा भाई को भी लगते हैं, सुन मेरी बात। थल्ले ला देता है साहिल भाई। हाय हाय हाय, अस्सलाम वालेकुम व रहमतुल्लाहि व बरकातहू। जबरदस्त, रियली अप्रिशिएट दैट भाई, थैंक यू बाकी सुलियत नहीं मैं ना बड़ा बन के मारिਆ ਜੇ। मैं क्या सियालकोट च वीडियो ना कहता तो मौलवी साहब ਦੇ ਵਿੱਚ ਵੀਡੀਓ ਦੇ ਆਈ ਨਹੀਂ, ਉਹ ਤੇ ਦਿਖਾ ਦਿਆ ਨੇ ਵਿੱਚ ਇਹਦਾ ਅਦਾਕਾਰੀ ਹੁਣ ਮਰਜ਼ਾਈਆਂ ਨੂੰ ਸਮਝ ਨਹੀਂ ਸੀ ਆ ਰਹੀ ਵੀ ਕੀ ਕਰੀਏ, ਇਹਨੂੰ ਅੱਗ ਲਾਈਏ, ਤੀਲੀ ਲਾਈਏ, ਇਹਨੂੰ ਕਿਤਾਬ। ਨਹੀਂ ਅਮਰ ਭਾਈ ਹੁਣ ਇੱਥੇ ਬੰਦ ਆ ਕਿ ਪਹਿਲੀ ਆਇਤ ਤੋਂ ਸ਼ੁਰੂ ਕਰੋ। एक ते गल हो, पहले तो नहीं आना, पहली किताब तो शुरू करवाओ बराई ने हम दिया, मैं तो पढ़ना शुरू हो जाना। पहले जेल से शुरू कर। अच्छा इन्हें अद्धा घंटा पहले साकी भाई, अद्धा घंटा पहला उस बंदे का इन्ना दिमाग खाता, उन्हें अक के कहा यार मैं थक गया, ऐसा ही आज तक वो करे तर्जमा, सेम ऐ ही तर्जमा करे, कहना नहीं तू तर्जमे गलत करना। मैं अच्छा तेरा मैं इलाज करना, तेरे अगे बंदा ही ऐसा रख गया जिन्हें जवाब ही नहीं देगा। ले फिर मुजाहिद बहुत तेज हो गए ने अमर भाई। वो साथी अगे सुनेगा, अल्लाह सलामत रखे, अगे सुनेगा ते अगे जाके ऐस अमर भाई अगे जाके फिर वो हदीसा भी पढ़ी जाने कि नबी करीम सल्लल्लाहु अलैहि वसल्लम ने क्या कहा है, ए मौलवी जेड़े ले अज ले ते अज ले मैं वाह। ਮੌਲਵੀਆਂ ਨੇ ਤੁਹਾਡੀਆਂ ਬੇਈਮਾਨੀਆਂ ਫੜ ਕੇ ਤੁਹਾਨੂੰ ਬੰਨ ਕੇ ਮਾਰਨਾ ਸ਼ੁਰੂ ਕੀਤੇ ਆ, ਤੁਹਾਨੂੰ ਵਸਾ ਕੇ ਮਾਰਦੇ ਨੇ। ਜੇ ਤੁਸੀਂ ਪਹਿਲੇ ਹੀ ਆਖੋ ਵੀ ਮਿਰਜ਼ਾ ਕਾਦੀਆਨੀ ਨੇ ਤਰਜਮਾ ਕੀਤਾ, ਤੁਸੀਂ ਆਣਾ ਨਹੀਂ ਉਹਨੂੰ ਰਹਿਣ ਦੇ, ਮਿਰਜ਼ਾ ਸਾਹਿਬ की बात ना करो, मिर्जा साहब के पीछे ना छुपो मौलवी जी। बिल्कुल ਉਹ ਅੱਗੇ ਇੱਕ ਥੱਲੇ ਭਾਈ ਕੋ ਪਠਾਨ ਦੀ ਵੇ ਗੱਲ ਕਰਦੇ ਸਨ ਵੀ ਪਠਾਨ ਵਿਚਾਰੇ ਕਾਲ ਤੇ ਚੜ ਜਾਂਦੇ ਨੇ। ਮੈਂ ਨਾ ਪਰਸੋਂ ਦਿਹਾੜੀ ਉੱਠਿਆ ਨਾ ਤੇ ਮੈਂ ਇੱਕ ਬਰੋਡ ਤੇ ਵੇਖਿਆ, ਮੈਂ ਮਰਜ਼ਾਈਆਂ ਦੀ ਤੇ ਨਾ ਅਮਰ ਭਾਈ ਪਠਾਨ ਜਿਹੜਾ ਨਾ ਕਾਲ ਤੇ ਬੈਠਿਆ ਸੀ ਤੇ ਕਿਰੇ ਕੋ 3 ਘੰਟੇ ਦਾ, ਤੇ ਜੂ ਹੀ ਉਹਦੀ ਵਾਰੀ ਆਈ ਨਾ ਤੇ ਆਂਦਾ ਯਾਰ ਮੈਂ 3 ਘੰਟੇ ਤੁਹਾਡੀ ਗੱਲਬਾਤ ਸੁਣੀ ਹੈ ਤੇ ਮੈਂ 2 ਡੱਬੀਆਂ ਸਿਗਰਟ ਮੁਕਾ ਛੜੇ ਨੇ ਗੁੱਸੇ ਵਿੱਚ, ਤੁਹਾਡੀ ਭੈਣ ਨੂੰ ਤੇ ਤੁਹਾਡੀ ਮਾਂ ਨੂੰ। ਆਂਦਾ ਸਿਰਫ ਤੁਹਾਨੂੰ ਗਾਲ ਕੱਢਣ ਵਾਸਤੇ ਮੈਂ 3 ਘੰਟੇ ਤੁਹਾਨੂੰ ਸੁਣਿਆ। ਬੜੇ ਬੜੇ ਮੁਜਾਹਿਦ ਨੇ ਨਾ। ਬੜਾ ਜਿਹੜਾ ਕੰਮ ਤੁਸੀਂ ਜਮੀਲ ਭਾਈ ਕੀਤਾ ਨਾ, ਵਾਕਈ ਅਮਰ ਭਾਈ ਵਾਲੀ ਗੱਲ ਸਹੀ ਆ ਕਿ ਤਾਰੀਫ ਦੇ ਕਾਬਿਲ ਹੈ। ਮਾਸ਼ਾਅੱਲਾ ਬਹੁਤ ਅੱਛਾ ਬਣ ਕੇ ਮਾਰਿਆ ਨੇ। ਐਵੇਂ ਤੇ ਨਹੀਂ ਨਾ ਅਮਰ ਭਾਈ ਕਹਿੰਦੇ, अमर भाई एवं तो नहीं कहते मोहब्बत है मुझे और नौजवानों से।
सितारों पे जो डालते हैं कमन, मरजइयों पे डालते हैं जो पलाना। मोहब्बत है मुझे उन जवानों से सितारों पे जो डालते हैं कमंद, नहीं जो मरजाइयों पे डालते हैं पलाना, झुल पलाना, या मरजाइयों के ऊपर रखते हैं वाणा। अमर भाई अगले दिन अल्फाज सुनियो ਜਿਹੜੀ ਨਹੀਂ ਤੇ ਇਹ ਜਿਹੜਾ ਅਮਰ ਭਾਈ ਇਹ ਜਮੀਲ ਨੇ ਤੇ ਬਾਣਾ ਜਿਹੜਾ ਬਗੈਰ ਸੂੰਡ ਕੇ ਤੂੰ ਧਰਿਆ ਸੀ। ਅੱਛਾ ਛੋਟੀ ਟੱਪਦੀ ਸੀ ਨਾ ਪਿਛਲੀ। ਅੱਛਾ ਅਮਰ ਭਾਈ ਅੱਗੇ ਸੁਣਿਓ ਜਰਾ, ਇਹਨਾਂ ਅਲਫਾਜ਼ ਜਿਹੜੇ ਯੂਜ਼ ਕੀਤੇ ਨੇ ਨਾ ਉਹ ਮਿਰਜ਼ਾ ਸਾਹਿਬ ਵਾਸਤੇ ਕੀਤੇ, ਸੁਣਿਓ जरा। शुरू कर ले वहां शुरू कर ले। मैं 19 में कर देता हूँ, ये 19 है। ਅੱਗੇ ਸੁਣਿਓ ਲਾ ਕੇ ਥੱਲੇ ਦੀ ਤੇਜ਼। हेलो ये उसको समझने का इसको मैं वीडियो कर रहा है, क्यों लो मेरी अंदर भाई और मेरी बात ये कर रहा तो मैं बार-बार कह रहा हूँ। साकी क्या कहा उसने, ये कर रहा है दजाली, ये दजाली जो तर्जुमा पढ़ के मैं सुना रहा था वो दजाली, अंदाजा करो। ऐसे शुरू करो, पीछे शुरू करो, नहीं कर रहा अपने मतलब के हिसाब से चला रहा, ये चलेगा इस तरह, ठीक है। अगर बात करनी है मैं सॉल्व कर सकता हूं। अमजद भाई मैं दो बात करना चाहता हूं, अमजद भाई दो बात मैं करना चाहता हूं, मेरा 2-3 बात गौर से सुन लो। हजरत अबू तालिब जो था वो नबी अलैहि। अच्छा ਹੁਣ ਉਹ ਬਾਰ-ਬਾਰ ਮੈਨੂੰ ਥੱਲੇ ਲਾ ਰਿਹਾ ਉੱਤੇ, ਫਿਰ ਮੈਨੂੰ ਐਂਡ ਤੇ ਬਲਾਕ ਹੀ ਉਹਨੇ ਕਰ ਦਿੱਤਾ ਹੈ ਨਾ, ਬਲਾਕ ਬੰਦਾ ਹੀ ਮੇਰਾ ਵੈਸੇ ਢਿੱਲੀ ਹੋ ਗਈ ਕਿਉਂ ਸਾਕੀ ਬਣਦਾ ਸੀ ਬਲਾਕ ਹੀ ਬਣਦਾ ਸੀ ਇਸ ਤੋਂ ਬਾਅਦ। ਅੱਛਾ ਫਿਰ ਬਲੌਕ ਕਰਤਾ ਬਰਾੜ ਤੋਂ? ਬਲਾਕ ਕਰ ਦਿੱਤਾ, ਅਮਰ ਭਾਈ ਬਲੌਕ ਕਰ ਦਿੱਤੀ 2 ਆਈਡੀ। ਕਿਹਦੀ ਬਰਾੜ ਸੀ ਇਹ? ਇਹ ਕੋ ਚੌਧਰੀ ਅਜਮਲ ਕੋ ਨਵਾਂ ਹੀ ਮਿਲਾ ਉਹਨੇ ਲਾਈ ਹੁੰਦੀ ਹੈ। अच्छा ਉੱਤੇ ਲਿਖਿਆ ਹੈ ਕਿ ਨਬੂਵਤ ਦਾ ਸਿਲਸਿਲਾ ਜਾਰੀ ਹੈ, ਇਹ ਜੋ ਉਹਨਾਂ ਨੇ ਲਿਖਿਆ ਹੁੰਦਾ ਉਹ ਸੈਫੀ ਸੂਫੀ ਹੋ ਰਹਾ। ਅਸਲ ਮਸਲਾ ਇੱਥੇ ਹੀ ਹੈ, ਇਹ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਨਾ ਕਿ ਮਰਜ਼ਾਈ ਜਿਸ ਵੇਲੇ ਲਾਜਵਾਬ ਹੋ ਜਾਂਦੇ ਨੇ ਨਾ, ਉਹ ਆਪਣੀ ਗਲਤੀ ਮੰਨਣ ਦੀ ਬਜਾਏ ਤੁਹਾਨੂੰ ਬਲੌਕ ਕਰ ਦੇਣਗੇ, ਤੁਹਾਡੇ ਤੋਂ ਲਹਿਦਾ ਹੋ ਜਾਣਗੇ, ਲੇਕਿਨ ਆਪਣੀ ਗਲਤੀ ਨਹੀਂ ਮੰਨਣਗੇ। ਮੁਸਲਮਾਨਾਂ ਨੇ ਖੁਦ ਇਹਨਾਂ ਨੂੰ ਇਸੇ ਗੱਲ ਇਹਨਾਂ ਦੀ ਵਜ੍ਹਾ ਤੋਂ ਅਲੱਗਾ ਕੀਤਾ ਕਿ ਜੇ ਤੁਸੀਂ ਗੱਲ ਹਕੀਕਤ ਨੂੰ ਵੇਖ ਕੇ ਝੁਟਲਾਣਾ ਹੈ ਤੇ ਨਹੀਂ ਮੰਨਣੀ ਤੇ ਖਸਮਾਂ ਨੂੰ ਕਹੋ ਪਰਾਂ ਹੋ ਜਾਓ, ਜਾਨ ਛੱਡੋ ਮੁਸਲਮਾਨਾਂ ਦੀ ਤੇ ਅਹਿਲ ਇਸਲਾਮ ਦੀ। ਬਿਲਕੁਲ ਸਾਰੇ ਮੁਸਲਮਾਨ, तमाम मुसलमान ये अकीदा रखते हैं कि नबी पाक आखिरी नबी ने, उन्होंने तो बाद नबूवत दा सिलसिला बंद है। तुसी आके ਉਹਦੇ ਨਾਲ ਸ਼ਰਾਰਤਾਂ ਕਰੋ, हेरा फेरियां करो, नहीं खातम का माने ये नहीं, वो है, अफजल है, फलाना है, ਤੇ ਤੁਹਾਡਾ ਫਿਰ ਇਹ ਇਲਾਜ ਹੈ ਨਾ ਕਿ ਜੇ ਤੁਸੀਂ ਆਪਣੀ ਵੱਖਰੀ ਬਾਂਸਰੀ ਵਜਾਣੀ ਹੈ ਤੇ ਲਹਿਦਾ ਹੋ ਜਾਓ ਸਾਡੇ ਤੋਂ। ਦੌੜ ਕੇ ਸਾਡੇ ਦੌੜ ਕੇ ਸਾਡੇ ਚੜਿਆਂ 'ਚ ਵੀ ਵੜਦੇ ਨੇ, ਤੇ ਫਿਰ ਉਹ ਜਿਹੜੇ ਉਹ ਪਿੰਡਾਂ ਥਾਵਾਂ ਤੇ ਨਾਈ ਹੁੰਦੇ ਸਨ ਉਹ ਚੜਿਆਂ 'ਚ ਦੇ ਕੇ ਮੁੰਨਦੇ, ਤੇ ਜਦੋਂ ਚੜਿਆਂ ਦੇ ਕੇ ਮੁੰਨਦੇ ਫਿਰ ਚੀਕਾਂ ਮਾਰਦੇ ਨੇ ਤੇ ਪਿੱਟਦੇ ਨਹੀਂ। ਬਿਲਕੁਲ ਉਹ ਮਸ਼ੀਨ ਵੀ ਹੱਥ ਵਾਲੀ ਹੁੰਦੀ ਸੀ ਆਪਣਾ। ਆਹੋ ਕੜ ਮਸ਼ੀਨ ਵੀ ਅੱਜ ਕੱਲ ਦੀਆਂ ਮਸ਼ੀਨਾਂ ਤੇ ਬਿਜਲੀ ਦੀਆਂ ਇਲੈਕਟ੍ਰੋਨਿਕ ਮਿੰਟ ਵਿੱਚ ਫੇਰ ਛੱਡੀਆਂ ਨੇ, ਉਦੋਂ ਮਸ਼ੀਨ ਵੀ ਹੱਥ ਵਾਲੀ ਹੁੰਦੀ ਸੀ, ਅੰਗੂਠਾ ਜੇ ਨਾਲ ਦਾ ਨਾਈ ਜਿਹੜਾ ਨਾ ਪਿਆ ਬਹੁਤੇ ਪੁੱਟਣ ਹੁੰਦੇ ਸੀ ਤੇ ਥੋੜੇ ਵੱਢਣ ਹੁੰਦੇ ਸੀ, ਉਹ ਬਾਹਰ ਕਹੀ ਤੇ ਉਹ ਮਸ਼ੀਨ ਪੁੱਟਦੀ ਸੀ ਪਤਾ ਜੇ, ਤੇ ਚੀਕਾਂ ਦੇ ਥੱਲੇ ਨਿਕਲਣੀਆਂ ਨੇ ਜਿਹਨੂੰ ਚੱਡਿਆਂ ਦੇ ਵਿੱਚ ਸਿਰ ਦਿੱਤੇ ਆਵੇ ਚੁੰਡੀ ਮਾਰਦੀ। ਇਹ ਉਹੀ ਕੰਮ ਹੁੰਦਾ ਮਰਜ਼ਈਆਂ ਨਾਲ ਪਿਆ। ਅੱਗੇ ਉਹ ਮੈਂ ਗੱਲ ਪਿਆ ਕਰਦਾ ਸੀ ਅਮਰ ਭਾਈ, ਤੁਸੀਂ ਤੇ ਕਹਿੰਦੇ ਸੀ ਉਹ ਕਿ ਉਹ ਤੂੰ ਗੁਜ਼ਰਿਆ ਤੇ ਉਹ ਵੱਡੇ ਮੂੰਹ ਵਾਲਾ ਨਾ ਨਿਕੜ ਰਾਂਦਾ ਸੀ ਪਿਆ ਬਰਾੜ ਲਾ ਕੇ, ਤੇ ਉੱਥੇ ਸੋਨੀ ਨੇ ਕਮੈਂਟ ਕੀਤਾ ਕਿ ਬਾਜ਼ ਆ ਜਾਓ ਵਰਨਾ ਆਮੇ ਨਜ਼ੀਰ ਆ ਜਾਏਗਾ। ਇਹਨੇ ਕਮੈਂਟ ਪੜ੍ਹ ਕੇ ਤੇ ਫੌਰਨ ਕਹਿੰਦਾ ਓਏ ਜਾ ਪਿਓ ਦਾ ਪੁੱਤਰ ਹੈ ਤੇ ਆਮੇ ਨਜ਼ੀਰ ਨੂੰ ਬੁਲਾ ਕੇ ਲਿਆ, ਮੈਂ ਇੱਥੇ ਬੈਠੀ ਹੂੰ, ਅਗਰ ਆਮੇ ਨਜ਼ੀਰ ਇੱਥੇ ਆ ਗਿਆ ਤੇ ਮੈਂ ਦਾੜੀ ਮੁੰਨ ਦਿਆਂਗਾ ਆਪਣੀ ਤੇ ਮੁੱਛਾਂ ਵੀ ਮੁੰਨ ਦਿਆਂਗਾ। ਮੈਂ ਕਿਹਾ ਇਹਨੇ ਦੇਖ ਲਈ ਲਿਸਟ ਕਿ ਆਮੇ ਨਜ਼ੀਰ ਕੌਣ ਹੀ ਹੈ। ਨਹੀਂ ਇਹ ਵੀ ਪਤਾ ਉਹ ਮੇਰੇ ਤੋਂ ਪਹਿਲਾਂ ਦਾ ਵਾਕਿਆ ਕਿ ਮੈਂ ਗਿਆ ਉੱਥੇ ਤੁਹਾਡੇ ਤੋਂ ਘੰਟਾ ਪਹਿਲੇ ਉਹਨੇ ਬੜਕ ਮਾਰੀ ਹੈ ਕਿ ਜਾ ਪਿਓ ਦਾ ਪੁੱਤਰ ਨੇ ਤੇ ਆਮਨ ਨਜ਼ੀਰ ਨੂੰ ਬੁਲਾ ਕੇ ਲਿਆ, ਉਹ ਤੇ ਮੇਰਾ ਨਾਂ ਸੁਣ ਕੇ ਨੱਸ ਜਾਂਦਾ। ਅਗਰ ਆਮਨ ਨਜ਼ੀਰ ਵੀ ਇੱਥੇ ਆ ਗਿਆ ਤੇ ਮੈਂ ਆਪਣੀ ਦਾੜੀ ਤੇ ਮੁੱਛ ਮੁੰਨ ਦਿਆਂਗਾ। ਪਤਾ ਨਹੀਂ ਮੂਤਰ ਨਾਲ ਆਖੀ ਸੀ ਜਾਂ ਨਹੀਂ। ਇਹ ਕਿਹੜਾ ਕੌਣ ਕਹਿੰਦਾ ਸੀ?
ਅਲਤਾਫ ਚੰਗੜ ਮੈਂ ਕਾਲਾਂ ਪਾ ਪਾ ਕੇ ਥੱਲੇ ਮੈਸੇਜ ਲਿਖ ਲਿਖ ਕੇ ਕਾਲ ਚੁੱਕੋ ਬੁਜ਼ਦਲੋ ਮਰਜ਼ਾਈਓ, ਕਾਲ ਚੁੱਕੋ ਬੁਜ਼ਦਲੋ ਮਰਜ਼ਾਈਓ, ਚੁੱਕਦੇ ਹੀ ਨਹੀਂ ਸਨ। ਉਹ ਬਸ ਫਿਰ ਤਾਈਓ ਨਹੀਂ ਸੀ ਚੁੱਕ ਰਿਹਾ, ਉਹਦੇ ਮੂੰਹ ਜੁਮਲਾ ਨਿਕਲ ਗਿਆ ਸੀ। ਅੱਜ ਸਵੇਰ ਕੋਈ ਚੂੜਾ ਜਿਹਾ ਸੀ, ਇੱਕ ਬੰਦਾ ਸੀ ਉਹਨਾਂ ਦਾ, ਸਾਡੇ ਕੋਲ 5-7 ਸਨ, ਤਾਂ ਉਹ ਕੋਈ ਉਸ ਮਗਰ ਹੋਏ ਸਨ, ਪਤਾ ਨਹੀਂ ਵਿਚਾਰਾ ਕੌਣ ਸੀ। ਉਹ ਬੜਾ ਬਗੈਰਤ ਬੰਦਾ ਸੀ ਉਹ ਵੀ। ਜਿੰਨੇ ਵੇਖੋ ਤੇ ਸਾਰੇ ਸ਼ਾਇਦ ਭਾਈ ਇੰਜ ਦੇ ਨਜ਼ਰ ਆਵਣ। ਮੈਨੂੰ ਇੱਕ ਵਾਰੀ ਯਾਦ, ਉਹ ਕੱਲੀ ਗੱਲ ਕੱਢ ਲੱਗਿਆ ਸੀ ਸਾਨੂੰ, ਤਾਂ ਸਾਡੇ ਸਾਰੇ ਉਸ ਲੱਗੇ ਸਨ। ਅਮਰ ਭਾਈ ਤੁਹਾਨੂੰ ਯਾਦ ਹੈ ਇੱਕ ਵਾਰੀ ਉਹ ਜਿਹੜਾ ਮੋਲਾ ਬੱਸ, ਉਹ ਟਰੱਕ, ਮੋਲਾ ਬੱਸ ਟਰੱਕ, ਉਹ ਓਪਨਾਈਜ਼ ਦੀ ਬਰਾੜ ਤੇ ਮੇਰੇ ਨਾਲ ਡਿਬੇਟ ਪਿਆ ਕਰਦਾ ਤੇ ਕਹਿੰਦਾ ਜਾ ਅਮਨ ਨਜ਼ੀਰ ਨੂੰ ਬੁਲਾ ਕੇ ਲਏ ਆ, ਤੇ ਅਮਨ ਨਜ਼ੀਰ ਸਾਹਿਬ ਨਾਲ ਹੀ ਬੈਠੇ। ਅਮਰ ਭਾਈ ਕਿੱਦਾਂ ਗੱਡੀ ਚਲਾਉਂਦੇ ਹੋ ਤੁਸੀਂ? ਯੂਰਪ 'ਚ ਜਾਂ ਇੱਧਰ ਯੂਕੇ 'ਚ? ਇਟਲੀ। ਅੱਛਾ ਇਟਲੀ, ਠੀਕ ਹੈ। ਅਮਰ ਭਾਈ ਨੇ ਮਾਈਕ ਖੋਲ ਕੇ ਕਿਹਾ ਹਾਂ ਵੀ ਦੱਸ ਕੀ ਆ, ਕਹਿੰਦਾ ਮੈਂ ਬਿਜ਼ੀ ਹਾਂ, ਮੈਂ 15 ਅਗਸਤ ਤੋਂ ਬਾਅਦ ਤੁਹਾਡਾ ਮੁਨਾਜ਼ਰਾ ਕਰਾਂਗਾ। ਅਮਰ ਭਾਈ ਆਉਂਦੇ ਉਧਰ ਯੂਕੇ 'ਚ ਵੀ ਜਾਂ ਉਧਰ ਹੀ ਹਾਲੀ ਯੂਰਪ 'ਚ ਹੀ ਹੋ? ਨਹੀਂ ਭਾਈ ਜੀ, ਰਾਤੀ ਘਰ ਜਾਣਾ ਬੜਾ ਜ਼ਰੂਰੀ ਹੁੰਦਾ, ਬੱਚੇ ਨੇ ਘਰ, ਅੱਗੇ ਮੈਂ ਰਹਿ ਪੈਂਦਾ ਬਾਹਰ, ਹੁਣ 2-3-4 ਸਾਲ ਹੋ ਗਏ ਨੇ। ਆਖਿਆ ਨਹੀਂ ਭਾਈ ਘਰ ਹੀ ਸ਼ਾਮੀ ਜਾਓ, ਨਹਾ ਕੇ ਸਵੇਰੇ ਨਿਕਲੋ। ਮੈਂ ਦੁੱਧ ਸ਼ੁੱਧ ਦਾ ਕੰਮ ਕਰਨਾ, ਉਹ ਜਿਹੜੇ ਨਹੀਂ ਹੁੰਦੀ ਆ ਚਸਤੇਰ ਨੇ ਬਣੇ ਹੁੰਦੇ ਨੇ, ਤੁਸੀਂ ਪਤਾ ਨਹੀਂ ਇਟਲੀ ਤੋਂ ਗਏ ਹੋ ਜਾਂ ਨਹੀਂ? ਜੀ ਟੈਂਕੀਆਂ ਜਿਹੀਆਂ ਬਣੀਆਂ ਹੁੰਦੀਆਂ, ਦੁੱਧ ਵਗੈਰਾ ਹੁੰਦਾ, ਤੇ ਉਹ ਸਵੇਰੇ ਲੋਡ ਕਰੋ, ਸ਼ਾਮਾਂ ਨੂੰ ਲਾ ਕੇ ਗੱਡੀ ਧੋ ਕੇ ਘਰ। ਘੰਟਾ 2 ਘੰਟੇ ਲੇਟ ਹੋ ਜਾਓ, ਲੇਕਿਨ ਘਰ ਟੁਰ ਜੋ ਬੱਚਿਆਂ ਦੇ ਕੋਲ, ਨਾਲੇ ਆਪਣੇ ਬਿਸਤਰ ਤੇ ਸੋਵੋ, ਸਵੇਰੇ ਆਪਣੇ ਬਾਥਰੂਮ ਤੇ ਨਹਾਓ। ਜੀ ਇੱਥੇ ਇਟਲੀ ਦੇ ਵਿੱਚ। ਅਮਰ ਭਾਈ ਤੁਹਾਡੇ ਟਰੱਕ ਦਾ ਅਗਲਾ ਡੈਸ਼ਬੋਰਡ ਕਿੰਨਾ ਕੁ ਵੱਡਾ ਹੈ ਜਿਹਦੇ ਤੇ ਮਿਰਜ਼ਾ ਖੋਲਿਆ ਹੁੰਦਾ ਜੇ? ਖੋਲਿਆ ਨਹੀਂ ਹੁੰਦਾ, ਲੰਮਿਆ ਪਾਇਆ ਹੁੰਦਾ। ਉਹੀ ਨਾ, ਅਸਲ ਦੇ ਵਿੱਚ ਜਿਹੜੀ ਹੈ ਨਾ ਮੈਮਰੀ ਬੰਦੇ ਦੀ, ਅੱਲਾਹ ਤਾਲਾ ਨੇ ਇਹਦੇ ਨਾਲ ਦੀ ਕੋਈ ਸ਼ੈ ਨਹੀਂ ਬਣਾਈ। ਦਿਮਾਗ ਦੇ, ਇੱਕ ਦਿਮਾਗ ਐਸੀ ਚੀਜ਼ ਹੈ ਕਿ ਜਿਹਨੂੰ ਕੰਪਿਊਟਰ ਵੀ ਨਹੀਂ ਰਲਦਾ। ਕੋਈ ਬੰਦਾ ਜਿਹੜਾ ਬਿਲਕੁਲ ਮੁਲਹਿਦ ਹੈ ਨਾ, ਅੱਲਾਹ ਨੂੰ ਨਹੀਂ ਮੰਨਦਾ, ਕ੍ਰੀਏਟਰ ਨੂੰ ਨਹੀਂ ਮੰਨਦਾ, ਦਿਮਾਗ ਨੂੰ ਵੇਖ ਕੇ ਉਹ ਮੰਨ ਜਾਂਦਾ ਕਿ ਦਿਮਾਗ ਕਿਸੇ ਐਸੀ ਹਸਤੀ ਨੇ ਬਣਾਇਆ, ਇਹਦੇ ਪਿੱਛੇ ਕੋਈ ਜ਼ਰੂਰ ਖਾਲਕ ਹੈ, ਇਹਦੇ ਵਿੱਚ ਐਸੀ ਕੈਪੈਸਿਟੀ ਮੌਜੂਦ ਹੈ, ਐਸੀ ਇਹਦੇ ਦੀ ਗੁੰਜਾਇਸ਼ ਮੌਜੂਦ ਹੈ। ਯਾਨੀ ਉਹ ਜਿਹੜੀ ਤੁਸੀਂ ਤੇ ਗੱਲ ਪੁੱਛਦੇ ਹੋ ਨਾ ਵੀ ਇੱਥੇ ਕੋਈ ਮਤਲਬ ਇਹ ਕਿਤਾਬਾਂ ਖੁੱਲੀਆਂ ਹੁੰਦੀਆਂ ਨੇ ਅੱਗੇ ਡੈਸ਼ਬੋਰਡ ਦੇ ਉੱਤੇ, ਲੰਮੇ ਉਹ ਲੱਗੇ ਹੈ ਅੱਗੇ। ਇੱਕ ਸਾਡੇ ਇਹਨਾਂ ਨੂੰ ਸ਼ਾਇਦ ਭਾਈ ਨੂੰ ਪਤਾ ਹੈ, ਜਿਹੜਾ ਸਕਾਨੀਆ ਟਰੱਕ ਹੈ ਨਾ, ਉਹਦੇ ਅੱਗੇ ਲੱਗਿਆ ਹੁੰਦਾ ਹੈ ਉਹ ਰੱਖਣ ਵਾਸਤੇ, ਟੇਬਲ ਨਮਾ ਕਹਿ ਲਓ, ਛੋਟਾ ਜਿਹਾ ਸਟੈਂਡ ਜਿਹਾ ਬਣਿਆ, ਉਹਦੇ ਤੇ ਮੈਂ ਰੱਖ ਸਕਦਾ। ਲੇਕਿਨ ਕਿਤਾਬ ਕਤੂਬ ਦੀ ਲੋੜ ਹੀ ਕੋਈ ਨਹੀਂ ਹੁੰਦੀ, ਜ਼ਿਆਦਾ ਚੀਜ਼ਾਂ ਤੇ ਮੈਮਰੀ 'ਚ ਹੁੰਦੀਆਂ ਨੇ, ਤੇ ਮੋਬਾਇਲ ਹੀ ਕਾਫੀ ਹੁੰਦੇ ਨੇ, 2-3 ਮੋਬਾਇਲ ਹੁੰਦੇ ਨੇ, ਤੇ ਉਹ ਲਫ਼ਜ਼ ਮੇਰੇ ਜ਼ਿਹਨ 'ਚ ਹੁੰਦਾ ਵੀ ਇਹ ਲਫ਼ਜ਼ ਫਲਾਣੀ ਜਗ੍ਹਾ ਇਹਨੇ ਲਿਖਿਆ ਹੈ, ਉਹਨਾਂ ਦੇ ਹੀ ਜੁੱਤੀਆਂ ਤੇ ਉਹਨਾਂ ਦਾ ਹੀ ਸਿਰ, ਉੱਥੋਂ ਫੜ ਕੇ ਉਹਨਾਂ ਦੀ ਕਿਤਾਬ 'ਚੋਂ ਕੱਢ ਕੇ ਤੇ ਉਹਨਾਂ ਦੇ ਅੱਗੇ ਰੱਖ ਦਿਓ। ਇਹ ਜਿਸ ਤਰ੍ਹਾਂ ਜ਼ਾਹਿਦ ਜਮੀਲ ਨੇ ਕੀਤਾ ਹੈ, ਵੀ ਉਹਨਾਂ ਦੀ ਕਿਤਾਬ ਅੱਗੇ ਵਿੱਚੋਂ ਕੱਢ ਕੇ ਤੇ ਪਹਿਲਾਂ ਉਹਨਾਂ ਨੂੰ ਚੰਗਾ ਵਸਾ ਕਹਿੰਦਾ ਸਾਡੇ ਇਲਾਕੇ ਦਾ ਇੱਕ ਮੁਫਤੀ ਹੈ, ਮੌਲਵੀ ਹੈ, ਤੇ ਉਹਨੇ ਇਹ ਤਰਜਮਾ ਕੀਤਾ। ਇਹ ਆਂਦੇ ਨੇ ਗਲਤ ਤਰਜਮਾ ਉਹਨੇ ਕੀਤਾ। ਕਿਹੜਾ ਮੁਫਤੀ ਹੈ, ਕਿਹੜਾ ਮੌਲਵੀ? ਪਹਿਲਾਂ ਬੜੇ ਪੱਕੇ ਨੇ ਕਰਕੇ ਨਾ, ਇਹਨੇ ਜਿਵੇਂ ਰਵਾਨੀ ਕਜ਼ਾਇਨ ਖੋਲੀ ਤੇ ਮਰਜ਼ਾਈਆਂ ਨੇ ਇਹਨੂੰ ਫਿਰ ਥੱਲੇ ਲਾ ਦਿੱਤਾ। ਐਨੀ ਗੱਲ ਹੈ, ਐਨੇ ਜੋਗੇ ਹੁੰਦੇ ਨੇ ਮਰਜ਼ਾਈ। ਇਹ ਅਸਲ ਗੱਲ ਇਹ ਹੈ ਅਮਰ ਭਾਈ ਕਿ ਤੁਹਾਨੂੰ ਜਿਹੜਾ ਨਾ ਇਹਦੀਆਂ ਕਿਤਾਬਾਂ ਪੜ੍ਹ ਕੇ ਨਾ ਤੇ ਪੂਰਾ ਯਕੀਨ ਹੋ ਗਿਆ ਕਿ ਬਈ ਇਹ ਬੰਦੇ ਦੇ ਪੁੱਤਰਾਂ ਵਾਲੀ ਗੱਲ ਸਿੱਧੀ ਕੋ ਨਹੀਂ ਇਹਨੇ ਲਿਖੀ ਹੋਣੀ ਕਿਧਰੇ, ਸਵਾਲ ਹੀ ਨਹੀਂ ਪੈਦਾ ਹੁੰਦਾ। ਹਾਂ, ਜਿੱਥੇ ਸਿੱਧੀ ਲਿਖੀ ਹੈ ਮਤਲਬ ਹੈ ਕਿ ਇਹਦੀ ਨਹੀਂ ਜੀ, ਸਾਰਾ ਫਰਾਡ ਦਾ ਤੇ ਮੱਕਰ ਦਾ ਧੰਦਾ ਭਾਈ ਸਾਹਿਬ। ਬਾਕੀ ਭਾਈ ਜਿੱਥੇ ਸਿੱਧੀ ਲਿਖੀ ਉਹਦੇ ਨਾਲ ਭਾਈ ਹੁਣ ਅਸੀਂ ਤੇ ਡਰਨੇ ਆ ਅਮਰ ਭਾਈ। ਮੈਂ ਕਿਹਾ ਅਮਰ ਭਾਈ ਜਿੱਥੇ ਉਹਨੇ ਸਿੱਧੀ ਲਿਖੀ ਹੈ ਨਾ, ਉਹਦਾ ਉਲਟ ਵੀ ਲਿਖੀ ਹੈ। ਇਹ ਯੂਸੀ ਭਾਈ ਦੇ ਮੂੰਹ ਚੋਂ ਨਿਕਲ ਤੇ ਗਿਆ ਇਹ ਇਮਾਮ ਅਫਜ਼ਲ ਹੁੰਦਾ ਹੈ। ਹੁਣ ਕੋਈ ਮਰਜ਼ਈ ਆ ਨਾ ਜਾਏ ਸਾਨੂੰ ਪੁੱਛਣ, ਡਰ ਬੜਾ ਲੱਗੇ। ਇਹ ਗੁੱਜਰ ਭਰਾ ਹੈ ਮੇਰਾ, ਤੇ ਜਿਹੜਾ ਗੱਲ ਗੁੱਜਰ ਦੇ ਮੂੰਹ ਚੋਂ ਨਿਕਲ ਗਈ, ਮੇਰਾ ਕੰਮ ਹੈ, ਮੇਰੀ ਜ਼ਿੰਮੇਵਾਰੀ ਉਹਨੂੰ ਸੰਭਾਲਣਾ, ਕਵਰ ਕਰਨਾ। ਨਹੀਂ ਉਹ ਤਾਂ ਠੀਕ ਹੈ, ਲੇਕਿਨ ਅਗਰ ਕੋਈ ਆ ਗਿਆ ਫਿਰ ਸਾਡੇ ਵਾਸਤੇ ਮੁਸ਼ਕਲ ਹੋ ਜਾਣੀ ਹੈ, ਮਨ ਤਾਂ ਲੱਗਦਾ। ਹੁਣ ਗੱਲ ਤਾਂ ਚਲੋ ਕਰ ਬੈਠਿਆ ਯੂਸਫੀ, ਮੂੰਹ ਚੋਂ ਨਿੱਕਾ ਹੈ, ਗੱਲ ਉਹਦੇ ਮੂੰਹ ਚੋਂ ਨਿਕਲ। ਗੁੱਜਰ ਦੀ ਕੰਡ ਨਹੀਂ ਲੱਗਣ, ਗੁੱਜਰ ਦੀ ਕੰਡ ਨਹੀਂ ਇਨਸ਼ਾਅੱਲਾ ਲੱਗਣ ਦੇ ਲੈ, ਭਾਵੇਂ ਜੋ ਵੀ ਹੋਵੇ। ਕੋਈ ਨਾ ਕੋਈ ਦਾਲ ਦਲੀਆ ਕਰਾਂਗੇ, ਅਸਲ ਲਿਖ ਕੇ ਤਾਂ ਲਾਇਆ ਆਵੇ ਸਾਹਮਣੇ ਸਾਡੇ, ਕੰਡ ਨਹੀਂ ਗੁੱਜਰ ਦੀ ਇਨਸ਼ਾਅੱਲਾ ਲੱਗਣ ਦਿੰਦੇ।
ट्रू मुस्लिम साहब सुनाओ। ਉਹਦੀ ਕੋਈ ਗਾਰੰਟੀ ਨਹੀਂ, ਉਹਦੇ ਨਾਲ ਕੀ ਹੈ। ये मिर्जा साहब ने लिखा है कि इमाम अफजल होता है या नबी होता है, ये किदा सलाम मौक़िफ़ क्यों है नहीं कि- करते आके, सलाम क्यों नहीं करते आके, हमने मतलब सलाम करता है। अच्छा ये दसो ना कि मिर्जा साहब ने किथे लिखा है, मतलब किहड़ा उन्हां दा हवाला है। तो मेरे नज़दीक ते इमाम ने जिहड़े इन्हां दे विचों कौन अफजल है, अगर 1 करोड़ इमाम भी एक साइड ते हो जाण ते फिर भी वो किसी नबी दा मुकाबला नहीं कर सकते। ਉਹ ਤੁਸੀਂ नबी दा ਚੁੱਪ ਕਰ ਜਾਓ, मुकाबला ਇਹ ਤੁਹਾਨੂੰ करोड़ इमामां तो भी ऊंचा होएगा। ਆਬਦ ਸਾਹਿਬ हाँ जी ਇਹ ਇਸ ਮੌਜੂ ਨੂੰ ਤੁਸੀਂ ਛੱਡ ਦਿਓ, ਇਹਨੂੰ ਠੱਪ ਕੇ ਫਾਈਲ ਨੂੰ ਰੱਖ ਦਿਓ ਨਾ, ਜਿਸ ਵੇਲੇ ਕੋਈ ਮਰਜ਼ਾਈ ਆਵੇਗਾ। नहीं थोड़ा समझा के दो ना कि मिर्जा साहब ने लिखा है या इन्हां दे जेहड़े जमात दे बंदे ने उन्हां दा ये अकीदा वे। ਜਿਸ ਵੇਲੇ ਮਰਜ਼ਾਈ ਆਵੇਗਾ ਤੇ ਫਾਈਲ ਖੁੱਲੇਗੀ ਤੇ ਹਰ ਸ਼ੈ ਸਮਝ ਨਾਲ ਹੀ ਆ ਜਾਏਗੀ ਤੁਹਾਨੂੰ। मिर्जा ही हुण के पता केले ढा चढ़ेगा। ਪਰਸੋਂ ਦਾ ਮੈਂ ਆਖਿਆ ਤੇ ਪਰਸੋਂ ਦਾ ਉਹਨਾਂ ਰੌਲਾ ਪਾਇਆ ਬਰਾਡਾ ਦੇ, ਮੂਸਾ ਸਾਹਿਬ ਆ ਗਏ ਨੇ ਥੱਲੇ। ਮੂਸਾ ਸਾਹਿਬ ਕਾਲ ਪਾਓ ਤੇ ਆ ਕੇ ਪੁੱਛੋ ਸਾਨੂੰ ਇਮਾਮ ਅਫਜ਼ਲ ਹੁੰਦਾ ਕਿ ਨਬੀ ਅਫਜ਼ਲ ਹੁੰਦਾ ਹੈ। ਇਹ ਮੂਸਾ ਸਾਹਿਬ ਆਏ ਨੇ, ਅਬੂ ਬਕਰ ਭਾਈ, ਸ਼ੁਐਬ ਭਾਈ, ਲਿਆਓ। ਅਸਲ ਦੇ ਵਿੱਚ ਨਾ ਮੈਂ ਉਹ ਟਰੂ ਮੁਸਲਿਮ ਸਾਹਿਬ ਆਮਨ ਨਜ਼ੀਰ ਸਾਹਿਬ ਕੋਲ ਇਹ ਫਾਈਲ ਲੈ ਕੇ ਨਾ ਤੇ ਮੈਂ ਰੱਖਾਂ ਆ ਉਹ ਸਭ ਤੋਂ ਉੱਪਰ ਵਾਲੀ ਜਗ੍ਹਾ ਤੇ ਹੁਣ ਪੌੜੀ ਲਾ ਕੇ ਦੁਬਾਰਾ ਸਾਨੂੰ ਲਾਣੀ ਪੈਣੀ ਹੈ ਤੇ ਇੰਤਜ਼ਾਰ ਹੈ ਕੋਈ ਮਰਜ਼ਈ ਆਵੇ ਤੇ ਫੇਰ ਹੀ ਪੌੜੀ ਲਾਈਏ ਤੇ ਉਹ ਫਾਈਲ ਥੱਲੇ ਲਾਈਏ। एक मिर्जाई साहब फिर रहे ना वाटर साहब। ਆਪ ਲਿਆਓ ਫਿਰ ਮੈਂ ਪੌੜੀ ਵੀ ਲਿਆਵਾਂ ਤੇ ਉਹ ਫਾਈਲ ਥੱਲੇ ਲਾਈਏ। ਵਾਟਰ ਨੇ ਅੱਗੇ ਐਲਾਨ ਕੀਤਾ ਹੈ, ਵਾਟਰ ਨੇ ਅੱਗੇ ਐਲਾਨ ਕੀਤਾ ਹੈ ਕਿ ਮੇਰੇ ਜਿਹੜੇ ਵੱਡੇ ਵੱਡੇ ਅਹਿਮਦੀ ਭਰਾ ਨੇ ਉਹ ਆਵਣ, ਤਸ਼ਰੀਫ ਲਿਆਵਣ ਤੇ ਅਮਨ ਨਾਲ ਗੱਲ ਕਰਨ, ਬਨੇਰਿਆਂ ਤੇ ਬਹਿ ਕੇ ਨਾ ਸੁਣਨ, ਇਹਦੇ ਨਾਲ ਆ ਕੇ ਗੱਲ ਕਰਨ ਖਸਮ ਨਾਲ। ਵਾਟਰ ਤੇ ਐਲਾਨ ਕਰ ਗਿਆ ਇੱਥੇ, ਪੁੱਛ ਲਓ, ਇੱਥੇ ਰਿਕਾਰਡਿੰਗ ਹੋਈ ਪਈ ਹੈ ਵਾਟਰ ਦੀ। ਤੇ ਬਨੇਰਿਆਂ ਤੇ ਬਹਿ ਕੇ ਸੁਣਨ ਦੀ ਬਜਾਏ ਹੈਗਾ ਨੇੜੇ ਉਹ ਕਹਿੰਦਾ ਗੱਲ ਕਰੋ ਇੱਕ ਚ ਨਿੱਕਿਆਂ ਨਾਲ ਮੋਕਲੋ ਤੇ ਫੇਰ ਮੈਂ ਆਵਾਂਗਾ। वाटर साहब उत्ते आ जाओ, तुसी इल्मी शख्सियत हो, संजीदा आदमी हो, मैच्योर आदमी हो, तो उत्ते आ जाओ। ਇਹ ਅੱਜ ਉਹਨੇ ਸੰਜੀਦਾ ਗੱਲ ਕੀਤੀ ਹੈ ਤੇ ਅਸੀਂ ਵੀ ਸੰਜੀਦਾ ਜਵਾਬ ਦਿੱਤਾ ਹੈ। ਕੋਈ ਨੌਨਸੈਂਸ ਗੱਲ ਨਾ ਉਹਨਾਂ ਕੀਤੀ, ਨਾਸਾਂ ਕੀਤੀ ਹੈ। ਸੰਜੀਦਾ ਗੱਲ ਕਰੋਗੇ ਸੰਜੀਦਾ ਜਵਾਬ ਲੱਭੇਗਾ। ਵਾਟਰ ਦਾ ਕਰੋਗੇ ਸ਼ੁਗਰ ਲਾਓਗੇ। ਵਾਟਰ 3 ਦਿਨ ਦਾ ਟਾਈਮ ਲੈ ਗਿਆ ਨਾ ਅਸਲ ਦੇ ਵਿੱਚ। ਹਾਂ ਉਹ 3 ਦਿਨ ਦਾ ਟਾਈਮ ਲੈ ਕੇ ਚਲੇ ਗਏ ਨੇ, ਛੁੱਟੀ ਚਲੇ ਗਏ ਨਾ ਮਸਰੂਫੀਅਤ ਦੀ ਵਜ੍ਹਾ ਤੋਂ। ਉਹਨਾਂ ਕਿਹਾ ਮੈਂ 3 ਦਿਨ ਬਾਅਦ ਹਾਜ਼ਰ ਹੋਵਾਂਗਾ, ਉਨੀ ਦੇਰ ਮੈਂ ਆਪਣੇ ਅਹਿਮਦੀ ਭਰਾਵਾਂ ਨੂੰ ਕਹਾਂਗਾ ਕਿ ਬਨੇਰਿਆਂ ਤੇ ਬਹਿ ਕੇ ਸੁਣਦੇ ਪਿਓ, ਮੈਸੇਜ ਤੁਹਾਨੂੰ ਪਹੁੰਚ ਗਿਆ, ਇੱਧਰ ਆਓ, ਜਗ੍ਹਾ ਹੋ ਕੇ ਗੱਲ ਕਰੋ ਅਮਨ ਦਾ। ਮੈਂ ਯਕੀਨ ਨਾਲ ਕਹਿ ਸਕਦਾ ਇੱਕ ਆਪਣੀ ਗੱਲ ਵਿਜਦਾਨ ਨਾਲ ਪੇਸ਼ ਕਰਾਂ ਕਿ ਵਾਟਰ ਨੂੰ ਪ੍ਰਾਈਵੇਟ ਚੋਂ ਨਾ ਗੁੱਬਿਆ, ਗੁੱਬਾ ਮਾਰੀਆਂ ਨੇ। ਉਹਨਾਂ ਆਖਿਆ ਜੇ ਗਿਆ ਸੀ ਤੇ ਪੁੱਛਾਂ ਬਣਾ ਸਹੀ, ਸਾਡੇ ਘਰੋਂ ਨਾਲ ਲੈਂਦਾ ਰਿਹਾ ਉੱਥੇ। ਤੇਰਾ ਦਿਲ ਅਸੀਂ ਜਾ ਕੇ ਝੰਬ ਲਵਾਈਏ ਉੱਥੇ। ਇਹ ਗੱਲ ਹੋਈ ਹੈ ਵਾਟਰ ਨਾਲ ਜਿਸ ਵੇਲੇ ਵਾਟਰ ਐਲਾਨ ਕਰਕੇ ਗਿਆ। ट्रू मुस्लिम साहब क्या साडा हक है कि मिर्जा साहब की तहरीर दोबारा दोहरा के इत्थे लाइए भाई। जो भी मिर्जाई उत्ते लिखे ना, मिर्जाइयों आ जाओ तुम्हें बताऊं इमाम अफजल होता है या नबी। अगर कोई मिर्जाई सामने ना आया और शरारत से बाज भी ना आया तो और हमारी फतह का कायल भी ना हुआ तो साफ समझा जाएगा कि उसको वलदुल हराम बनने का शौक है। हक है ना साडा इत्थे, कहना हक बनदा है ना। मिर्जा साहब ਦਾ ਜਦ ਹੱਕ ਹੈ ਵੇ ਆਪਣੀਆਂ ਕਿਤਾਬਾਂ ਵਿੱਚ ਇਹ ਗੱਲ ਲਿਖਣ ਦਾ, ਤੇ ਬਾਕੀਆਂ ਨੂੰ ਕਿਉਂ ਨਹੀਂ ਇਹ? ਜੀ ਸਾਡਾ ਵੀ ਹੱਕ ਬਣਦਾ ਹੈ। ਹਾਂਜੀ ਔਰ ਇਹ ਤੇ ਅਸੀਂ ਉਹ ਮਿਰਜ਼ਾ ਸਾਹਿਬ ਜਿਹੜੇ ਨਹੀਂ ਆਉਂਦੇ ਪਏ ਉਹਨਾਂ ਨੂੰ ਆਮਨ ਨਜ਼ੀਰ ਦੇ ਹੱਥ 'ਚ ਨੇਜ਼ਾ ਨਜ਼ਰ ਆ। ਮਸਲਾ ਇਹ ਵੇ ਟਰੂ ਮੁਸਲਿਮ ਸਾਹਿਬ ਕਿ ਜਿਹੜੇ ਮਿਰਜ਼ਾਈ ਨੇ ਨਾ, ਉਹ ਹੁਣ ਮਿਰਜ਼ਾ ਸਾਹਿਬ ਦੀਆਂ ਤਹਿਰੀਰਾਂ ਨੂੰ ਖਿਲਾਫੇ ਤਾਲੀਮੇ ਰਸੂਲ ਕਰਾਰ ਦੇ ਚੁੱਕੇ ਨੇ। ਇਹ ਜਿਹੜੇ ਮੂਸਾ ਸਾਹਿਬ ਥੱਲੇ ਆਏ ਸੀ ਨਾ, ਜਿਨ੍ਹਾਂ ਦੇ ਸਿਰ ਤੇ ਵਾਲ ਕੋ ਨਹੀਂ ਹੈ, ਮੇਰੇ ਸਿਰ ਤੇ ਵੀ ਘੱਟ ਨੇ ਪਰ ਇਹਨਾਂ ਨਾਲ ਜ਼ਿਆਦਾ ਹੀ ਨੇ, ਮੇਰੇ ਇਹਨਾਂ ਨਾਲ ਜ਼ਿਆਦਾ ਹੀ ਨੇ। ਇਹਨਾਂ ਦਾ ਬਿਲਕੁਲ 에어ਪੋਰਟ ਬਣ ਗਿਆ। ਸੈਫੀ ਵਗੈਰਾ ਦੀ ਬਰੋਡ ਤੇ ਆਉਂਦੇ ਨੇ ਇੱਥੇ ਖਾਲਿਦ ਬਿਬਲੀ। ਹਾਂਜੀ ਹਾਂਜੀ
ਅੱਛਾ ਜੀ ਅੱਛਾ ਜੀ ਜੀ ਇਹਨਾਂ ਨੇ ਪਰਸੋਂ ਸਾਡੀ ਬਰਾੜ ਤੇ ਬਹਿ ਕੇ ਆਖਿਆ ਹੈ ਕਿ ਇਹ रसूल करीम सल्लल्लाहु अलैहि वसल्लम की तालीम नहीं है कि जो गाली तू देगा वही मुझसे सुनेगा। इन्नमा नरुद्दु सब्ब साबीना अला वुजूहिहिम। उन्हें आख्या है रसूल करीम की तालीम है, ए रसूल करीम की तालीम है। मैं आख्या रसूल करीम दी, उन्हें आख्या नहीं, आओ किथे रसूल करीम की तालीम, ए रसूल करीम की यह तालीम नहीं है। मैं आख्या पक्का दे दे तो दस्तखत कर दियो। सैन कराए ने उस वेले तो नेड़े नहीं पे लगते हैं, बार बार बनेरियां ते बह के सुनते हैं पे। इन्हां नूं तुसीं आवाज़ मारो, इन्हां नूं आखो ਤੇ ਮੂਸਾ ਸਾਹਿਬ ਆ ਜਾਓ, ਤੁਹਾਨੂੰ ਦੱਸੀਏ रसूल करीम की तालीम की है, इमाम अफजल है कि नबी। रसूल करीम की तालीम से साबित करेंगे इमाम अफजल होता है कि नबी अफजल होता है। क्यों नहीं नेड़े आते हैं? ਕਰਦੇ ਨੇ ਝੂਠੇ ਪੈ ਜਾਣਗੇ, ਲਾਜਵਾਬ ਹੋ ਜਾਣਗੇ ਤੇ ਬੇਇੱਜ਼ਤੀ ਹੋਏਗੀ। ਅੱਛਾ ਇਹਨਾਂ ਨੂੰ ਪਤਾ ਹੈ ਵੇ ਕਿ ਮਿਰਜ਼ਾ ਸਾਹਿਬ ਦੀਆਂ ਜਿਹੜੀਆਂ ਤਹਿਰੀਰਾਂ ਨੇ ਇਹਨਾਂ 'ਚ ਤਜ਼ਾਦ ਪਾਇਆ ਜਾਣਾ, ਝੂਠ ਪਾਇਆ ਜਾਣਾ, ਤੇ ਹੇਰ ਬੰਦਾ ਇਹਨਾਂ ਨੂੰ ਮਿਰਜ਼ਾ ਸਾਹਿਬ ਦੀਆਂ ਤਹਿਰੀਰਾਂ ਨੂੰ ਕਿਉਂ ਮਤਲਬ ਡਿਫੈਂਡ ਕਰਦਾ? ਸਾਫ਼-ਸਾਫ਼ ਕਿਉਂ ਨਹੀਂ ਕਹਿ ਦਿੰਦੇ? ਈਮਾਨ ਦਾ ਤਕਾਜ਼ਾ ਹੈ, ਕਹੋ ਭਾਈ ਇਹ ਝੂਠ ਹੈ, ਤਜ਼ਾਦ ਹੈ, ਜਾਂ ਉਹਨਾਂ ਨੂੰ ਨਬੀ ਨਾ ਮੰਨੋ। ਇਹ ਕਿਸ ਤਰ੍ਹਾਂ ਹੋ ਸਕਦਾ? ਇੱਕ ਪਾਸੇ ਨਬੀ ਵੀ ਮੰਨਦੇ, ਦੂਸਰੇ ਪਾਸੇ ਨਬੀ ਦੀਆਂ ਤਹਿਰੀਰਾਂ ਦੇਖੋ ਝੂਠ ਤੇ ਤਜ਼ਾਦ ਪਰ ਮਬਨੀ ਨੇ। ਬੰਦੇ ਦਾ ਜ਼ਮੀਰ ਨਹੀਂ ਮੰਨਦਾ ਨਾ, ਆਪਣੇ ਜ਼ਮੀਰ ਦੀ ਗੱਲ ਸੁਣੋ, ਦਿਲ ਦੀ ਗੱਲ ਸੁਣੋ। ਜੇ ਬੰਦਾ ਇੱਕ ਆਮ ਬੰਦਾ ਹੋਏ, ਕਮ ਪੜ੍ਹਿਆ ਲਿਖਿਆ, ਉਹ ਵੀ ਮੁਤਮਿਨ ਨਹੀਂ ਹੋ ਸਕਦਾ ਮਿਰਜ਼ਾ ਸਾਹਿਬ ਦੀਆਂ ਤਹਿਰੀਰਾਂ ਨਾਲ ਕਿ ਇੱਕ ਨਬੀ ਦੀ ਤਾਲੀਮ ਹੋ ਸਕਦੀ ਹੈ। अस्सलाम वालेकुम जी। हाँ अल्लाह पाक उन्होंने दीनो दुनिया दी भलाइयां ता फरमाए ते अल्लाह उन्होंने इल्म अमल च बरकत ता फरमाए। उन्होंने उस वेले मूसा के पैगाम ਨੂੰ अगर दूर तक पहुँचा देता है, खुले लोगों तक पहुँचाता है, यूट्यूब तक भी। लो जी मिर्जाई मान गए ने कि रसूल करीम की तालीम नहीं है। इन्नमा नरुद्दु सब्ब साबीना अला वुजूहिहिम। तुम्हारी गालियां तुम्हारे मुंह की तरफ पलटाते हैं, तुम्हारे मुंह पे मारते हैं। ये रसूल करीम की तालीम नहीं है कि जो गाली तो देगा वही मुझसे सुनेगा। ना ना, ये रसूल करीम की तालीम नहीं है, ये मिर्जा साहब की तालीम है। ट्रू मुस्लिम साहब। हाँ जी, और एक नबी होए। अच्छा बोलो। ਅੱਛਾ ਇੱਕ ਬੰਦਾ ਨਬੀ ਹੋਏ ਫਰਜ਼ ਕਰੋ, ਉਹਨੂੰ ਕੋਈ ਗਾਲੀਆਂ ਦਿੰਦਾ ਵੀ ਹੈ ਬਿਲਾ ਵਜ੍ਹਾ, ਉਸ ਨਬੀ ਦਾ ਕਸੂਰ ਨਹੀਂ ਹੈ, तो नबी क्या पलट के वापस गाली देगा तो उस बंदा अच्छा लगेगा? गालियाँ देगा, लोग कहेंगे एक पासे नबी है दूसरे देखो गालियाँ देंगे। इवन कोई मौलवी है, इमाम है, वो भी यही काम करता है। अगर उन्होंने कोई गाली देता है वापस देता है तो लोग कहेंगे मौलवी गलत कर रहे हो, तो जाहिल आदमी है गाली दे रहे हो, तुसी क्यों वापस उसके बदले गालियाँ दे रहे हो? नबी होंदे ने वो तो अपनी जातियात का बदला ही नहीं लेंदे। ਈਵਨ ਜਿਹੜੇ ਸਹਾਬਾ ਨੇ, ਕੋਈ ਸਹਾਬੀ ਲੈ ਲਿਓ, ਉਹਨਾਂ ਨੇ ਵੀ ਇਸ ਤਰ੍ਹਾਂ ਦਾ ਕੋਲ ਜਾਂ ਉਸ ਤਰ੍ਹਾਂ ਦਾ ਅਮਲ ਤੇ ਉਹਨਾਂ ਦਾ ਵੀ ਨਹੀਂ ਸੀ ਕਿ ਉਹਨਾਂ ਨੂੰ ਕੋਈ ਗਾਲੀ ਦੇ ਵਾਪਸ ਉਹ ਗਾਲੀ ਦੇ ਦੇਣ। ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਅਨਹੁ ਦਾ ਇੱਕ ਤੁਸੀਂ ਮਸ਼ਹੂਰ ਵਾਕਿਆ ਸੁਣਾ ਹੈਗਾ, ਕਿਸੇ ਕਾਫਰ ਨੇ ਉਹਨਾਂ ਦੇ ਮੂੰਹ ਦੇ ਉੱਤੇ ਥੁੱਕ ਦਿੱਤਾ ਸੀ, ਉਹਨਾਂ ਨੇ ਛੱਡ ਦਿੱਤਾ ਉਹਨੂੰ, ਉਹ ਥੱਲੇ ਸੀ ਤੇ ਉਹਨਾਂ ਨੇ ਉਹਨੂੰ ਛੱਡਿਆ ਨਹੀਂ ਕਿ ਮੈਂ ਜਿਹੜਾ ਇਹਨਾਂ ਦੇ ਵਿੱਚ ਮੇਰੀ ਜ਼ਾਤੀ ਨਾ ਹੋਏ ਅਗਰ ਮੈਂ ਇਹਨੇ ਮਾਰ ਦਿੱਤਾ ਤੇ। ਇਸ ਤਰ੍ਹਾਂ ਦਾ ਇੱਕ ਵਾਕਿਆ ਸਹੀ ਹੈ ਆਦਮੀ ਜੀ। ਹਾਂਜੀ ਵਾਕਿਆ ਤਾਂ ਸਹੀ ਹੈ, ਪਰ ਇਹ ਜਿੰਨੀ ਗੁਫ਼ਤਗੂ ਤੁਸੀਂ ਵੀ ਕਰਦੇ ਹੋ ਨਾ, ਇਹ ਤੁਸੀਂ ਇੰਜ ਜਿਵੇਂ ਡਬਲ ਇਸ਼ਾਰਾ ਲਾ ਕੇ ਇਟਲੀ ਦੀ ਰੋਡ ਦੇ ਉੱਤੇ ਖਲੋਤੇ ਹੋ, ਪੁਲਿਸ ਵਾਲੇ ਨੂੰ ਆਪੂ ਇਸ਼ਾਰਾ ਕਰਦੇ ਹੋ ਮੈਂ ਗੱਡੀ ਖਿਲਾ ਰਹੀ ਰੋਡ ਦੇ ਉੱਤੇ। ਮੇਰਾ ਇੱਕ ਦੋਸਤ ਸੀ ਕਹਿੰਦਾ ਡਬਲ ਇਸ਼ਾਰਾ ਲਾ ਕੇ ਰੋਡ ਦੇ ਉੱਤੇ ਗੱਡੀ ਖਿਲਾਉਣ ਦਾ ਮਤਲਬ ਹੁੰਦਾ ਪੁਲਿਸ ਵਾਲੇ ਨਹੀਂ ਵੀ ਤੱਕਦੇ ਤਾਂ ਵੀ ਤੱਕਣ ਦੀ ਡਬਲ ਇਸ਼ਾਰਾ ਲੱਗੇ। ਇਹ ਤੁਸੀਂ ਖੁਦ ਉਹਨਾਂ ਨੂੰ ਅਟਰੈਕਟ ਕਰ ਰਹੇ ਹੋ ਕਿ ਆ ਕੇ ਉਹ ਸ਼ਾਤਮੀਅਤ ਕਰਨ ਤੇ ਨਬੀ ਪਾਕ ਵੱਲ ਕੋਈ ਨਜਾਇਜ਼ ਗੱਲਾਂ ਮਨਸੂਬ ਕਰਨ। ਤੁਸੀਂ ਉਹਨਾਂ ਨੂੰ ਸਿੰਪਲ ਹੈ ਆਖੋ ਕਿ ਜਿਹੜੀ ਮਿਰਜ਼ਾ ਸਾਹਿਬ ਨੇ ਗੱਲ ਆਖੀ ਕਿ ਜੋ ਗਾਲੀ ਤੂੰ ਦੇਗਾ ਵਹੀ ਮੁਝਸੇ ਸੁਨੇਗਾ, ਤੇ ਜੇ ਸਾਹਮਣੇ ਸੂਫੀ ਅਬਦੁੱਲਾ ਗਜ਼ਨਵੀ ਮਿਰਜ਼ਾ ਸਾਹਿਬ ਨੂੰ ਭੈਣ ਦੀ ਗਾਲ ਦੇ ਦਿੰਦਾ, ਮਾਂ ਦੀ ਗਾਲ ਦੇ ਦਿੰਦਾ, ਤੇ ਮਿਰਜ਼ਾ ਸਾਹਿਬ ਨੇ ਵੀ ਉਹੀ ਦੇਣੀ ਸੀ। ਬਸ ਇੰਨਾ ਪੁੱਛੋ, ਇੰਨਾ ਪੁੱਛੋ ਇਹਨਾਂ। ਉਹਨੇ ਇਹਨਾਂ ਨੂੰ ਕੁੱਤਾ ਆਖਿਆ, ਇਹਨੇ ਉਹਨਾਂ ਨੂੰ ਕੁੱਤਾ ਕਹਿ ਦਿੱਤਾ। ਉਹਨੇ ਇਹਨਾਂ ਨੂੰ ਖੰਜ਼ੀਰ ਕਿਹਾ, ਇਹਨਾਂ ਨੇ ਉਹਨੂੰ ਖੰਜ਼ੀਰ ਕਹਿਤਾ। ਉਹ ਇਹਨਾਂ ਨੂੰ ਭੈਣ ਦੀ ਗਾਲ ਕੱਢਦਾ ਹੈ, ਕੋਈ ਭੈਣ ਦੀ ਗਾਲ ਕੱਢ ਦਿੰਦਾ ਹੈ। ਦਾਵਾ ਨਬੂਵਤ ਦਾ। हाँ जी अमर भाई, कैसी है तबीयत, कैसी है आपकी? बस दुआ करो अल्लाह ताला सेहत कामिला अजला अता फरमाए।
अल्लाह करम करे जी 30% है दर्द ते 70% कह लो 60% ठीक अल्लाह करम ਮਰਜ਼ਈ करे जी ਬਦਵਾਵਾਂ ਮਰਜ਼ਈ ਬਦਵਾਵਾਂ ਕਰਦੇ ਤੇ मरजई तो राती फुल खुले से हुसैनी साहब दी बराड़ ते फुल एक्शन ਨਹੀਂ ਉਹ ਠੀਕ ਹੈ ਉਹਨਾਂ ਨੂੰ ਜਦੋਂ ਮੈਂ ਨਾ ਆਵਾਂ ਤੇ ਉਹਨਾਂ ਨੂੰ ਵੀ ਮੌਕਾ ਦੇਣਾ ਚਾਹੀਦਾ ਉਹ ਵੀ ਆਪਣਾ ਮਾਫੀ ਜ਼ਮੀਰ ਬਿਆਨ ਕਰ ਲੈਣ ਤਾਂ ਕਿ ਕੀ ਫਰਕ ਪੈਂਦਾ ਇਹਦੇ ਨਾਲ बिल्कुल बिल्कुल सही गल है ਹੁਸੈਨੀ ਸਾਹਿਬ ਤੇ ਉਹਨਾਂ ਨੂੰ ਆਪ ਆਂਦੇ ਨੇ ਵੀ ਲੋ ਆ ਕੇ ਤੁਸੀਂ ਜੋ ਮਰਜ਼ੀ ਬਿਆਨ ਕਰ ਲਓ ਕੀ ਹੈ ਅਲਾਮਾ ਇਸਾਨ ਲਾਇਜ਼ਰ ਨੇ ਕੀ ਲਿਖਿਆ ਹੈ ਆਲਾ ਹਜ਼ਰਤ ਨੇ ਕੀ ਲਿਖਿਆ ਹੈ ਦੇਵਬੰਦ ਵਾਲਿਆਂ ਨੇ ਕੀ ਜੋ ਕਿ ਜਿੱਤੇ ਲਿਖਿਆ ਪੜ੍ਹ ਦਿਓ ਇਹਦੇ ਨਾਲ ਕੀ ਫਰਕ ਪੈਂਦਾ ਹੈ? ਨਾ ਤੇ ਅਲਾਮਾ ਇਸਾਨ ਲਾਇਜ਼ਰ ਨਬੀ ਨੇ ਨਾ ਅੱਲਾ ਹਜ਼ਰਤ ਸਾਡੇ ਨਬੀ ਨੇ ਨਾ ਕੋਈ ਦੇਵਬੰਦ ਵਾਲਾ ਸਾਡਾ ਨਬੀ सही बात ਮੌਲਵੀ ਨੇ ਉਲਮਾ ਨੇ ਉਹਨਾਂ ਨੇ ਗੱਲਾਂ ਵਿੱਚ ਕਈ ਸਹੀ ਲਿਖੀਆਂ ਨੇ ਕਈ ਸਖਤੀ ਵੀ ਕੀਤੀ ਨਜਾਇਜ਼ ਗੱਲਾਂ ਗਲਤ ਗੱਲਾਂ ਵੀ ਹਨ ਬਾਅਦ ਉਲਮਾ ਦੀਆਂ ਕਿਤਾਬਾਂ ਵਿੱਚ ਅਸੀਂ ਕਦੋਂ ਇਨਕਾਰ ਕੀਤਾ ਕਿ ਸਾਰੇ ਉਲਮਾ ਜਿਹੜੇ ਸਨ ਉਹਨਾਂ ਦੀ ਹਰ ਗੱਲ ਸਹੀ ਉਹ ਉਲਮਾ ਸਨ ਉਹਨਾਂ ਨੂੰ ਫਰਕ ਹੀ ਕੋਈ ਨਹੀਂ ਪੈਂਦਾ ਉਹ ਹੁਸੈਨੀ ਸਾਹਿਬ ਠੀਕ ਕਰਦੇ ਨੇ ਤੇ ਉਹਨਾਂ ਨੂੰ ਆਖੋ ਫੁੱਲ ਗੈਸ ਆਪਣੀ ਖਾਰਜ ਕਰ ਲਓ नहीं नहीं सही ਅਮਰ ਇੱਥੇ ਨਹੀਂ ਹੈ ਅਮਰ ਬਿਮਾਰ ਹੈ ਤੁਸੀਂ ਆਪਣਾ ਫੁੱਲ ਗੈਸ ਖਾਰਜ ਕਰ ਲਓ ਜਿੰਨੀ ਕਰ ਸਕਦੇ जी जी बिल्कुल बिल्कुल ਜਦੋਂ ਆਮਣੇ ਸਾਹਮਣੇ ਹੋਵਾਂਗੇ ਫਿਰ ਬਾਰੀ ਨਾਲ ਹੀ ਗੱਲ ਕਰਨੀ ਦਲੀਲ ਨਾਲ ਹੀ ਗੱਲ ਕਰਨੀ ਨਾ ਦਲੀਲ ਨਾਲ ਗੱਲ ਕਰਨ ਦੇ ਵੇਲੇ ਇਹਨਾਂ ਦੇ ਹਾਲਾਤ ਕੀ ਹੋ ਜਾਂਦੇ ਨੇ ਉਹ ਤੁਹਾਡੇ ਸਾਹਮਣੇ हाँ जी बिल्कुल बिल्कुल सही बात है बिल्कुल